ਬਰਾਟ ਉੱਥੇ ਇੱਕ ਬੰਦਾ ਆਇਆ ਵੇ, ਉਹਨੇ ਨੋ ਵਰਡ ਨੂੰ ਆ ਕੇ ਵਾਸ਼ਰੂਮ ਉਹ ਭਾਈ ਵੜ ਗਿਆ ਵੀ ਵਾਸ਼ਰੂਮ ਬਾਅਦ ਚ ਕਰਨਾ। ਅੱਛਾ, ਉਹਨੇ ਨੋ ਵਰਡ ਸਕ੍ਰੇਬਲ ਨੂੰ ਆ ਕੇ ਉੱਥੇ ਕਿ ਉਹਨੇ ਨੰਗਾ ਕਰਨ ਲੱਗਾ ਸੀ ਕਿ ਭਾਈ ਜੀ ਇਹ ਬੰਦਾ ਜਿਹੜਾ ਬੰਦਾ ਠੀਕ ਨਹੀਂ, ਇਸ ਬੰਦੇ ਦਾ ਕੋਈ ਡਾਲਰਾਂ ਦਾ ਰੌਲਾ ਸੀਗਾ, ਮੈਂ 50,000 ਜਾਂ ਕਿੰਨਾ ਉੱਥੋਂ ਛਾਲ ਮਾਰ ਦਿੱਤੀ ਜਨਾਬ, ਨੱਸ ਗਿਆ ਉੱਥੋਂ ਨੋ ਵਰਡ ਜਿਹੜਾ ਸੀ। ਅੱਗੋਂ ਵੇਖੋ ਸਟੂਡੈਂਟ ਦੇ ਕੰਮ, ਉਹ ਉਸ ਬੰਦੇ ਨੂੰ ਰੋਕਣ ਡਿਆ ਔਰ ਇਲਾਮਾ ਮੁਫਤੀ ਰਾਜਾ ਤਾਮਨਾਨ ਸਭ ਉੱਥੇ ਮੌਜੂਦ ਨੇ ਕਿ ਨਾ ਜੀ ਨਾ ਤੁਸੀਂ ਨੋ ਵਰਡ ਦੇ ਬਾਰੇ ਕੋਈ ਗੱਲ ਪਰਸਨਲ ਗੱਲ ਨਾ ਕਰੋ। ਉਹ ਬੰਦਾ ਉਹਨਾਂ ਦਾ ਆਪਣਾ ਮੁਸਲਮਾਨ ਹੈ, ਉਹ ਦੱਸ ਰਿਹਾ ਕਿ ਯਾਰ ਇਹ ਬੰਦਾ ਗੰਦਾ ਬੰਦਾ ਹੈ, ਸਾਡੇ ਬੰਦੇ ਰੋਕਣ ਦੇ ਨੇ। ਵਜ੍ਹਾ ਸਿਰਫ ਟੀਸੀ ਕਿ ਚੂੰਕਿ ਨੋ ਵਰਡ ਸਾਡੇ ਕੋਲ ਆ ਕੇ ਬੈਠਾ ਸੀ ਸਾਡੀ ਬਰਾੜ ਦੇ ਉੱਤੇ, ਲਿਹਾਜ਼ਾ ਉਹ ਜਿੱਦਾਂ ਦਾ ਮਰਜ਼ੀ ਸਾਨੂੰ ਕਬੂਲ ਹੈ। ਅਬਾਸੀ ਨੇ ਸਵੇਰੇ ਕਿਹਾ ਹੈਗਾ ਕਿ ਯਾਰ ਸਟੂਡੈਂਟ ਨੂੰ ਕਮ ਅਜ਼ ਕਮ ਉਹ ਗੱਲ ਉਹਨੂੰ ਪੂਰੀ ਕਰਨ ਦੇਣੀ ਚਾਹੀਦੀ ਸੀ, ਉਸ ਬੰਦੇ ਨੂੰ ਜਿਹੜਾ ਨੋ ਵਰਡ ਦੀ ਹਕੀਕਤ ਦੱਸ ਰਿਹਾ ਸੀ। ਇਹੀ ਕੰਮ ਤਾਹਿਰ ਕਰ ਰਿਹਾ। ਇਹ ਪੂਰਾ ਇੱਕ ਗਰੁੱਪ ਹੈ, ਇਸ ਗਰੁੱਪ ਦੇ ਖਿਲਾਫ ਮੇਰਾ ਅਲਮ ਬੁਲੰਦ ਹੈਗਾ, ਜਿੱਥੇ ਇਹਨਾਂ ਨੂੰ ਮੈਂ ਨੰਗਿਆਂ ਕਰਦਾ ਰਹਾਂਗਾ। ਤੁਸੀਂ ਲੋਕ ਆਂਦੇ ਹੋ ਨਹੀਂ ਇਹ ਬੰਦੇ ਠੀਕ ਨੇ, ਇਹ ਮੁਨਾਫਿਕ ਸਾਡੇ ਸਫਾਂ ਦੇ ਵਿੱਚ ਵਰੇ ਹੋਏ ਨੇ, ਉਹਨਾਂ ਦੇ ਸਪੋਰਟਰ ਨੇ ਗੈਰ ਅਹਿਮਦੀਆਂ ਦੇ ਮੁਨਾਫਿਕਾਂ ਦੇ, ਇਹਨਾਂ ਨੂੰ ਕਿਹਨੇ ਫੜਨਾ ਹੈ ਜੀ? ਆਮਨ ਨਜ਼ੀਰ ਤੇ ਖੁੱਲ ਕੇ ਦੁਸ਼ਮਣ ਹੈ ਨਾ, ਉਹਦਾ ਤੇ ਕਿਤੇ ਵੀ ਅਸੀਂ ਮੁਕਾਬਲਾ ਕਰ ਸਕਦੇ ਹਾਂ। ਅਲੀ ਅਕਬਰ, ਮੈਂ ਨਾ ਕਿਸੇ ਨੂੰ ਗਲਤ ਕਰਨਾ, ਮੈਂ ਨਾ ਕਿਸੇ ਨੂੰ ਠੀਕ ਕਰਨਾ, ਜੋ ਮੈਨੂੰ ਠੀਕ ਲੱਗਦਾ ਮੈਂ ਉਹ ਗੱਲ ਕਰਦਾ। ਮੈਂ ਕਿਸੇ ਦੇ ਉੱਤੇ ਕੋਈ ਮਤਲਬ ਕਿ ਨਾ ਹੀ ਉਹਨੂੰ ਮੈਂ ਕਲੀਨ ਚਿੱਟ ਦਿੰਦਾ, ਨਾ ਹੀ ਮੈਂ ਉਹਨੂੰ ਕਟਾਰੇ ਤੇ ਖੜਾ ਕਰਨਾ ਚਾਹਨਾ। और डॉक्टर डेरे की पूछ रहे थे चुको डॉक्टर डेरे को जज तो रब के लिया किथे ही डॉक्टर साहब उत्ते आठ जज तो लिया जरा मेरे को आ गए डॉक्टर साहब कर देने ऑपरेशन। राणा ज़ाद ओए कोई शर्म कर, तू कोई बंदा है में, तू वादा करके ज़बान करके तेरे खिलाफ फैसला आ गया, तू इत्थे बैठा बेशर्मा तरह कैमरा ऑन करके ते रौला मुका। मैं ते जज नूं पहले डिसोन करता सी क्योंकि मैनूं पता लग गया कुत्ती नहीं राणा ज़ाद है गल नहीं है, उदों जज डिसोन नहीं हो सकदा जदों वो फैसला सुनान लगे। फैसला महफूज करके जाके ਤੁਹਾਡੇ ਜੇ ਬਹਿ ਜਾਏ ਤੇ 5 ਘੰਟੇ ਤੁਹਾਡੇ ਕੋਲ ਉਹ ਹੀ ਨਹੀਂ ਪਤਾ ਲੱਗਾ ਭਾਈ ਜੱਜ ਤੇਰਾ ਪਾਬੰਦ ਤਾਂ ਨਹੀਂ ਨਾ ਹੈ ਵੀ ਕਿੱਥੇ ਬਵੇ ਤੇ ਕਿੱਥੇ, ਤੁਹਾਡੇ ਵਿੱਚ ਵੀ ਤਾਂ ਬੈਠਾ ਰਿਹਾ ਨਾ, ਜੱਜ ਪਾਬੰਦ ਹੋ ਜਾਂਦਾ ਜਦੋਂ ਤੁਹਾਡੇ ਵਿੱਚ ਵੀ ਉਹ ਬੈਠਾ ਰਿਹਾ, ਤੁਹਾਡੇ ਚ ਕਿਹੜਾ ਨਹੀਂ ਬੈਠਾ, ਤੇਰੇ ਨਾਲ ਨਹੀਂ ਬੈਠਾ ਰਿਹਾ ਉਹ ਫੈਸਲਾ ਸੁਣਾਉਣ ਤੋਂ ਬਾਅਦ ਆਇਆ। मोहम्मद अहमद भाई मोहम्मद अहमद भाई इसको नीचे उतार दें, कोई फायदा नहीं इसका, यहाँ पे हम लोग बैठे हैं बात कर रहे हैं, इसको नीचे उतारें। कान खिदू फड़ने नहीं है, दस तो गाल मका ब्रांड लाना तो जज लब के लिया जरा यार ना लाओ यार, मैं ब्रांड लाना। अली अकबर नहीं यार, कोई फायदा नहीं, हम आपस में बैठे बात कर रहे हैं, क्यों दूसरों को बिठा के, ये तो फिर हम चले जाते हैं अगर ऐसी बात है तो। सर जब आप लोग दूसरों के पास बैठे होते हम आके कहते हैं उनको उतार हाँ, नहीं जाना चाहिए, नहीं जाना चाहिए। फिर अब आप लोग दूसरों की बरोटों के नीचे बैठ के कॉमेंट मीनाकारी कर रहे होते हैं, आप दूसरों के साथ ऊपर बैठे होते हैं पूरा दिन, हम नहीं देखते अन्य हम लोग। आप जो बंदे मैं तो मैं दिखाता रहता हूँ। अली भाई प्लीज, आप यार ये पैमाना गलत है भाई, आप लोग यहाँ बिठाएं हम बिठा सकते हैं। बक्सरी भाई एक सेकंड बक्सरी भाई एक सेकंड, ये बरात पे कम से कम तबारा नहीं होता सबर साहिब, जिधर आप लोग बैठते हैं वहाँ पे तबारा हो रहा होता है। बात सुन ले जरा, थोड़ी काइंडनेस भी शो करें, सुन ले जरा। कुछ लोग होते और हैं, रहने दे अली अकबर साहब, आप ना कहें कुछ भी, इनको इन्होंने नहीं मुझे बैठने देना, मैं तो बस राणे जहाज से पूछने हूँ, आप लोगों से तो मैं बात ही नहीं करने आया। परेशान क्यों हो रहे? मैं तो राणे जहाज से पूछने आया हूँ कि भाई तुम्हारे खिलाफ फैसला आ चुका है, अब कान कब पकड़ने। तेरा जज जड़ा ना ਉਹ ਇੰਤਹਾਈ ਬਦਿਆਨਤ ਜੱਜ ਨਿਕਲਿਆ, ਤੁਹਾਨੂੰ ਮੁਸਲਮਾਨ ਹੋਣ ਦੇ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਤੁਹਾਡਾ ਰਾਣਾ ਜ਼ਾਹਦ ਹੈ ਜਿਹੜਾ ਬੰਦੇ ਦੇ ਖਿਲਾਫ ਫੈਸਲਾ ਆ ਜਾਂਦਾ ਉਹ ਇੰਜ ਹੀ ਕਰਦਾ। ਉਹ ਨਾ ਲਾਣਾ ਪਹਿਲੇ ਸੋਚਣਾ ਚਾਹੀਦਾ ਸੀ ਨਾ ਵੀ ਜੱਜ ਦਿਆਨਤਦਾਰ ਹੈ। ਬਰਾੜ ਤੇ ਨਹੀਂ, ਮੈਂ ਫੈਸਲੇ ਤੋਂ ਪਹਿਲਾਂ ਉਹਦੀ ਬਰਾੜ ਤੇ ਕਹਿ ਕੇ ਆਇਆ ਕਿ ਹੁਣ ਤੂੰ ਮੇਰੇ ਹੱਕ 'ਚ ਕਰੇ ਜਾਂ ਮੇਰੇ ਖਿਲਾਫ ਕਰੇ, ਤੂੰ ਕੰਟਰੋਵਰਸ਼ੀਅਲ ਹੋ ਗਿਆ, ਤੂੰ ਦੂਸਰੇ ਮੇਰੇ ਹੀ ਦੁਸ਼ਮਣਾਂ ਨੂੰ ਬਿਠਾ ਕੇ ਉਹਨਾਂ ਕੋਲ ਮਜਬੂਰੀ ਲੈਣ ਡਿਆ, ਤੂੰ ਕਿਦੋਂ ਦਾ ਜੱਜ ਰਹਿ ਗਿਆ ਵੀ ਫਰਕ ਨਾ ਪਹਿਲੀ ਗੱਲ ਤੇ ਇਹ ਹੈ ਕਿ ਤੈਨੂੰ ਇਹ ਪਹਿਲੇ ਸੋਚਣਾ ਚਾਹੀਦਾ ਸੀ ਕਿ ਜੱਜ ਤੇਰੀ ਨਜ਼ਰ 'ਚ ਠੀਕ ਆ ਜਾਂ ਨਹੀਂ। ਦੂਜੇ ਨੰਬਰ ਤੇ ਗੱਲ ਜਦੋਂ ਫੈਸਲਾ ਸੁਣਾਉਣ ਲੱਗਾ, ਪਹਿਲੇ ਜਦੋਂ ਸਾਰੇ ਐਵੀਡੈਂਸ ਦੇ ਰਿਹਾ ਸੀ, ਸਾਰਾ ਕੁਝ ਹੋ ਰਿਹਾ ਸੀ, ਜਦੋਂ ਉਹਨੇ ਆਪਣੀ ਬਰਾੜ ਲਾਈ ਆ, ਬਰਾੜ ਲਾ ਕੇ ਉਹਨੇ ਲੋਕਾਂ ਕੋਲ ਮਸ਼ਵਰੇ ਲਏ ਨੇ,
ਜਾਂ ਉਹਨਾਂ ਦੇ ਰਾਏ ਲਈ, ਉਦੋਂ ਤੂੰ ਸੁੱਤਾ ਸੀ? ਨਹੀਂ, ਉਦੋਂ ਕਹਿ ਦਿੰਦਾ ਕਿ ਭਾਈ ਮੈਨੂੰ ਤੇਰਾ ਨਹੀਂ, ਤੂੰ ਕੀ ਕਰਨ ਡਿਆ, ਮੈਨੂੰ ਨਹੀਂ ਤੇਰਾ ਫੈਸਲਾ ਮਨਜ਼ੂਰ। ਉਹਨੂੰ ਮੈਂ ਕਹਿਤਾ ਜਦੋਂ ਫੈਸਲਾ ਸੁਣਾਉਣ ਲੱਗਾ ਹੈ, ਉਹਨੇ ਤੈਨੂੰ ਬੁਲਾਇਆ ਵੀ ਆ ਜਾ ਮੈਂ ਫੈਸਲਾ ਸੁਣਾਉਣ ਲੱਗਾ, ਉਦੋਂ ਤੂੰ ਕਹਿ ਰਿਹਾ ਮੈਨੂੰ ਫੈਸਲਾ ਨਹੀਂ ਕਬੂਲ। ਯਾਰ ਕੋਈ ਜ਼ਬਾਨ ਹੈ ਤੇਰੀ? ਇੱਕ ਸੈਕਿੰਡ ਯਾਰ, ਇੱਕ ਸੈਕਿੰਡ, ਇੱਕ ਬੰਦਾ ਗੱਲ ਕਰੇ ਪਹਿਲੇ। ਤੂੰ ਰਾਣਾ ਸਾਹਿਬ ਆਪਣੀ ਇਸੇ ਜ਼ਬਾਨ ਨਾਲ ਉਹਨੂੰ ਜੱਜ ਮੁਕਰਰ ਕੀਤਾ, ਮੈਂ ਗੱਲ ਨਹੀਂ ਜਾਣਦਾ ਹੁਣ, ਠੀਕ ਹੈ ਨਾ? ਪਹਿਲੇ ਸੋਚਣਾ ਸੀ, ਹੁਣ ਤੂੰ ਸਿਰਫ ਕੰਨ ਫੜਨੇ ਨੇ ਬਸ। जी अफसर, मैं कह रहा हूँ कि बारी बारी बात करें, ऐसे समझ नहीं आ रही। दोनों बंदे अपना पॉइंट रखें, दोनों अलग अलग ब्रॉटों पे कह रहे हैं। मैंने कहा सामने सामने बैठे हैं, दोनों आमने बारी बारी बात करें, एक एक बंदा बात करे यार। ਰਾਣਾ ਸਾਹਿਬ ਤੁਸੀਂ ਦੱਸੋ ਤੁਹਾਡਾ ਕੀ ਮੁੱਦਾ ਹੈ? ਉਹ ਕਹਿੰਦੇ ਜੱਜ ਪਹਿਲੇ ਹਟਾਣਾ ਸੀ ਨਾ, ਤੁਸੀਂ ਪਹਿਲੇ ਬੰਦਾ ਆ ਕੇ ਹੁਣ ਫੈਸਲਾ ਹੋ ਗਿਆ ਤੇ ਹੁਣ ਜੱਜ ਦੇ ਖਿਲਾਫ ਗੱਲ ਕਰ ਰਹੇ ਹੋ, ਇਹ ਸਵਾਲ ਹੈਗਾ। ਰਾਣਾ ਸਾਹਿਬ ਨੂੰ ਫੋਨ ਆਇਆ ਜ਼ਰਾ, ਤੇ ਇੰਨੀ ਦੇਰ ਨੂੰ ਡਾਕਟਰ ਡੇਰਨ ਸਾਹਿਬ, ਅੱਛਾ ਫੋਨ ਕਾਲ ਆਈ ਹੈ, ਤੁਸੀਂ ਡਾਕਟਰ ਡੇਰਨ ਸਾਹਿਬ ਆਪਣਾ ਰੱਖ ਲਓ। ਸੀਸੀਡੀ ਸਾਹਿਬ ਬਸ ਮੈਂ ਤਾਂ ਗੱਲ ਦੱਸ ਦਿੱਤੀ ਆ। ਸਭ ਤੋਂ ਪਹਿਲੇ ਤੇ ਰਾਣੇ ਜ਼ਾਹਦ ਨੇ ਆਪ ਹੀ ਜੱਜ ਮੁਕਰਰ ਕੀਤਾ, ਫਿਰ ਉੱਥੇ ਆਪਣੇ ਇਹ ਸਫਾਈ ਦੇ ਵਿੱਚ ਜੋ ਦਲਾਲ ਸੀ ਪੇਸ਼ ਕਰਦਾ ਰਿਹਾ, ਮੈਂ ਵੀ ਆਪਣੇ ਦਲਾਲ ਦਿੱਤੇ ਨੇ। ਉਸ ਤੋਂ ਬਾਅਦ ਮੈਂ ਤੈਨੂੰ ਦਿਨਾਂ ਨਾਲ ਮੇਰੀ ਗੱਲ ਤੇ ਸੁਣ ਲਾ ਨਾ, ਜਦੋਂ ਸਾਰੀਆਂ ਚੀਜ਼ਾਂ ਪੇਸ਼ ਕਰਤੀਆਂ, ਇਹਨੇ ਰਾਣੇ ਜ਼ਾਹਦ ਨੇ ਕਿਹਾ ਵੀ ਤੁਸੀਂ ਵੜਾਈ ਸਾਹਿਬ ਨੂੰ ਦੱਸੋ ਤੁਹਾਡਾ ਕੀ ਫੈਸਲਾ। ਵੜਾਈ ਸਾਹਿਬ ਨੇ ਕਿਹਾ ਵੀ ਮੈਂ ਜੋ ਐਵੀਡੈਂਸ ਮੇਰੇ ਕੋਲ ਆਏ ਨੇ ਨਾ, ਮੈਂ ਇਹਨਾਂ ਨੂੰ ਦੁਬਾਰਾ ਗੌਰ ਨਾਲ ਸੁਣਾਂਗਾ, ਇਹਨਾਂ ਨੂੰ ਚੈੱਕ ਕਰਾਂਗਾ, ਮੈਂ ਆਪਣੀ ਸਾਰੀ ਤਸੱਲੀ ਕਰਕੇ ਇਨਵੈਸਟੀਗੇਸ਼ਨ ਕਰਕੇ ਫਿਰ ਮੈਂ ਉਸ ਤੋਂ ਬਾਅਦ ਮੈਨੂੰ ਥੋੜਾ ਜਿਹਾ ਟਾਈਮ ਦਿਓ ਤੇ ਮੈਂ ਉਸ ਤੋਂ ਬਾਅਦ ਆਪਣੀ ਬਰਾੜ ਲਾਵਾਂਗਾ ਤੇ ਉੱਥੇ ਮੈਂ ਫੈਸਲਾ ਸੁਣਾਵਾਂਗਾ। ਉਸ ਤੋਂ ਬਾਅਦ ਕੁਝ ਘੰਟਿਆਂ ਬਾਅਦ ਉਹਨੇ ਅਫਜ਼ਲ ਵੜੈਚ ਨੇ ਫਿਰ ਬਰਾੜ ਲਾਈ ਆ। ਉਹਨੇ ਸਾਰਾ ਮੁੱਦਾ ਗੈਰ ਜਾਨਮਦਾਰ ਮੁਖਤਲਿਫ ਲੋਕਾਂ ਦੇ ਸਾਹਮਣੇ ਵੀ ਰੱਖਿਆ, ਉਹਨਾਂ ਦੇ ਵੀ ਪੁਆਇੰਟ ਆਫ ਵਿਊ ਲੈ। ਜਦੋਂ ਕਿਸੇ ਨਤੀਜੇ ਤੇ ਪਹੁੰਚ ਗਿਆ, ਉਹ ਇਸ ਵਕਤ ਤੱਕ ਰਾਣੇ ਜ਼ਾਹਦ ਨੂੰ ਕੋਈ ਇਤਰਾਜ਼ ਨਹੀਂ ਉਹਦੇ ਤੇ। ਜਦੋਂ ਕਿਸੇ ਨਤੀਜੇ ਤੇ ਪਹੁੰਚ ਗਿਆ, ਉਹਨੇ ਕਿਹਾ ਜੀ ਫੈਸਲਾ ਮੈਂ ਕਰ ਲਿਆ, ਮੈਂ ਹੁਣ ਫੈਸਲਾ ਸੁਣਾਉਣਾ। ਉਹ ਆਇਆ ਰਾਣਾ ਜ਼ਾਹਦ ਕੋ, ਇਹਨੂੰ ਉਹਨੇ ਕਿਹਾ ਵੀ ਆ ਜਾ ਮੈਂ ਫੈਸਲਾ ਸੁਣਾਉਣ ਲੱਗਾ। ਕਹਿੰਦਾ ਮੈਂ ਵਿਹਲਾ ਨਹੀਂ, ਪਤਾ ਨਹੀਂ ਮੈਨੂੰ ਕੋਈ ਕੰਮ ਆ ਜਾਂ ਮੈਂ ਸੌਣ ਲੱਗਾ, ਤੇ ਤੂੰ 3-4 ਘੰਟਾ ਬਾਅਦ ਜਿਹੜਾ ਨਾ ਤੂੰ ਸੁਣਾ ਲਈ ਫੈਸਲਾ ਜੋ ਸੁਣਾਉਣਾ। ਉਹਨੇ ਕਿਹਾ ਜੀ ਠੀਕ ਆ। ਉਹਨੇ ਵਾਪਸ ਜਾ ਕੇ ਐਲਾਨ ਕਰਤਾ ਵੀ ਉਹ ਜਿਹੜਾ ਮੁਦਈ ਪਾਰਟੀ ਹੈਗੀ ਆ ਉਹ ਇਸ ਟਾਈਮ ਮਸਰੂਫ ਆ ਤੇ ਉਹ ਸੌਣ ਲੱਗਾ ਜਾਂ ਜੋ ਵੀ ਹੈ, ਤੇ ਮੈਂ ਕੁਝ ਘੰਟਿਆਂ ਬਾਅਦ ਦੁਬਾਰਾ ਬਰਾੜ ਲਾਵਾਂਗਾ। ਫੈਸਲਾ ਮੈਂ ਮਹਿਫੂਜ਼ ਕਰ ਲਿਆ ਤੇ ਦੁਬਾਰਾ ਆ ਕੇ ਮੈਂ ਅਨਾਉਂਸ ਕਰ ਦਿਆਂਗਾ। ਜਦੋਂ ਫੈਸਲਾ ਮਹਿਫੂਜ਼ ਹੋ ਗਿਆ, ਇਹਦਾ ਮਤਲਬ ਆ ਫੈਸਲਾ ਹੋ ਚੁੱਕਿਆ। ਉਦੋਂ ਤੱਕ ਰਾਣੇ ਜ਼ਾਹਦ ਨੂੰ ਕੋਈ ਮਸਲਾ ਨਹੀਂ ਹੈ। ਉਸ ਤੋਂ ਬਾਅਦ ਫਿਰ 3-4 ਘੰਟੇ ਬਾਅਦ ਜਦੋਂ ਆਇਆ, ਉਹਨੇ ਬਰਾੜ ਲਾਈ ਆ, ਉਹ ਹੁਣ ਫੈਸਲਾ ਸੁਣਾਉਣ ਲੱਗਾ ਜਿਹੜਾ ਉਹ ਪਹਿਲੇ ਮਹਿਫੂਜ਼ ਕਰਕੇ ਗਿਆ। ਰਾਣੇ ਜ਼ਾਹਦ ਨੂੰ ਉੱਤੇ ਬੁਲਾਇਆ, ਝਟਕ ਬੈਠਾ ਰਿਹਾ। ਥੋੜੀ ਦੇਰ ਬਾਅਦ ਕਹਿੰਦਾ, ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਫੈਸਲਾ ਤਾਂ ਮੇਰੇ ਖਿਲਾਫ ਹੋਣ ਲੱਗਾ, ਇਹ ਕਹਿੰਦਾ ਨਹੀਂ ਮੈਨੂੰ ਤੇਰਾ ਫੈਸਲਾ ਨਹੀਂ ਮਨਜ਼ੂਰ, ਤੇ ਨਾਲੇ ਥੱਲੇ ਲੈ ਗਿਆ। ਇਹ ਕਿਹੜਾ ਤਰੀਕਾਕਾਰ ਆ ਵੀ ਤੇਰਾ ਪਹਿਲੇ ਤੂੰ ਸੁੱਤਾ ਸੀ, ਜਦੋਂ ਜੱਜ ਮੁਕਰਰ ਕੀਤਾ ਉਦੋਂ ਸੁੱਤਾ ਸੀ? ਕੋਈ ਬੰਦੇ ਦੀ ਕੋਈ ਜ਼ਬਾਨ ਹੁੰਦੀ ਹੈ ਇਨਸਾਨ ਦੀ, ਤੂੰ ਇੰਨਿਆਂ ਬੰਦਿਆਂ ਦੇ ਵਿੱਚ ਬਹਿ ਕੇ ਜ਼ਬਾਨ ਕੀਤੀ, ਉਹਨੂੰ ਜੱਜ ਮੁਕਰਰ ਕੀਤਾ, ਹੁਣ ਤੂੰ ਨਸਿਆ ਭੱਜਿਆ ਫਿਰਨਾ ਅੱਗੇ ਪਿੱਛੇ। ਹੋ ਗਿਆ ਰਾਣਾ ਸਾਹਿਬ ਨੂੰ ਜਵਾਬ ਦੇਣ ਦੋ। ਰਾਣਾ ਸਾਹਿਬ जवाब दो। अच्छा अली भाई, सिर्फ एक छोटी सी बात राणा साहब के जवाब से पहले एक सिर्फ छोटी सी बात रखूंगा, 10 सेकंड की। असल में उनका टाइम था जी, नहीं मैं सिर्फ 10 सेकंड रखूंगा। सॉरी अली भाई। ਅਲੀ ਅਕਬਰ ਸਾਹਿਬ, ਅਗਰ ਇਹਨੂੰ ਗੱਲ ਕਰਨੀ ਆ, ਇਹਨੇ ਕਰਨੀ ਵਿੱਚ ਆ ਗੱਲ, ਮੈਨੂੰ ਲਾ ਦਿਓ। ਫਿਰ ਜਦੋਂ ਇਹਦੀ ਗੱਲ ਹੋ ਜਾਏਗੀ ਮੈਨੂੰ ਲੈ ਲੈਣਾ। ਇਹ ਕਿਹੜਾ ਤਰੀਕਾ ਯਾਰ? ਤੁਹਾਡੀ ਬਰਾੜ ਤੇ ਆਈ ਗਿਆ ਤਾਂ ਅਸੀਂ 2 ਬੰਦੇ ਗੱਲ ਕਰ ਰਹੇ ਆ, ਸਾਨੂੰ ਕਰ ਲੈਣ ਦਿਓ। 4-5 ਜਿੰਨੇ ਮਰਜ਼ੀ ਲੈ ਲੈਣ। ਉਹ ਯਾਰ ਲਾਇਆ ਸੀ ਤੁਹਾਨੂੰ ਨਹੀਂ ਹੈਗਾ ਥੱਲੇ, ਤੋਂ ਉਹਨਾਂ ਕਿਵੇਂ ਲਾ ਦਈਏ? ਤੁਹਾਨੂੰ ਨਹੀਂ ਲਾਇਆ ਜਿਹੜੇ ਸਾਰ ਸੁਬਹ ਸ਼ਾਮ ਗਾਲਾਂ ਕੱਢਦੇ ਫਿਰ ਉਹਨੂੰ ਕਹੋ ਨਾ ਵੀ ਚੁੱਪ ਕਰਕੇ ਬਹਿ, ਸਾਡੀ ਗੱਲ ਹੋ ਰਹੀ ਆ, ਜਦੋਂ ਗੱਲ ਹੋ ਜਾਏਗੀ ਫਿਰ ਜੋ ਮਰਜ਼ੀ ਗੱਲ ਕਰਨੀ ਹੋਣੀ ਆ, ਉਹਨੂੰ ਕਰ ਲੈਂਦੇ ਹੋ, ਕੁਝ ਨਹੀਂ ਹੋ ਚੱਲੇ। ਨਹੀਂ, ਉਹਨੇ ਗੱਲ ਕਰਨੀ ਹੈ ਤੇ ਫਿਰ ਮੈਨੂੰ ਲਾ ਦਿਓ, ਇਹਦੀ ਗੱਲ ਸੁਣ ਲਓ, ਜਦੋਂ ਮੁੱਕ ਜਾਏਗੀ ਮੈਨੂੰ ਬੁਲਾ ਲੈਣਾ। चलो ठीक है। ਇਹ ਕਿਹੜਾ ਤਰੀਕਾ ਯਾਰ? 2 ਬੰਦਿਆਂ ਦੀ ਗੱਲ ਹੋ ਰਹੀ, ਲਾ देता थले। चलो भाई सब गाल कर लो, तो दोबारा उठे आ जाना। जी जी, मैं 10 मिनट 10 सेकंड वैसे में चला जाऊंगा। बेसिकली वो ब्रॉड पे मैं मौजूद था, उस ब्रॉड पे असकानी साहब ने कहा मुझे राजपूत का नंबर चाहिए, कांटेक्ट चाहिए। मैंने इनके साथ जब ब्रॉड शेयर की तो राजपूत साहब जब वहां गए, उन्होंने कोई भी फैसला सुनने से पहले ये कह दिया था आपको ये नहीं करना चाहिए था। अब चूंकि आप एक इख्तलाफी इंसान हो गए और आपने जो भी फैसला सुनाना सुना दें, लेकिन चूंकि आपको ये फैसला सुनाने से पहले दूसरी पार्टी के पास नहीं जाना चाहिए था, तो वो तो फैसला सुनने से पहले ही बात पता चल गई थी कि फैसला क्या है। वो तो सबको पता चल गया था, जितने भी लोग नीचे आए वो थे, सब अपनी अपनी बात लिख रहे थे। आप उस्मान भाई को ऊपर ले लें और आप उनसे बात पूछ लें, क्योंकि वो फैसला सुनने से पहले ही पता था हमें। ओके, अल्लाह हाफिज। जज़ाकल्लाह सर। अब्बासी साहब तशरीफ ले जा चुके हैं। डॉक्टर डेरिंग साहब ਦਾ ਬਿਆਨ ਆ ਗਿਆ ਸੀ ਤੇ ਹੁਣ ਰਾਣਾ ਸਾਹਿਬ ਦੇ ਬਿਆਨ ਡਾਕਟਰ ਸਾਹਿਬ ਮਾਈਕ ਨਾਲ ਪੱਟ ਲੈਣਾ, ਉਹਦੇ ਤੇ ਕੋਈ ਗੱਲ ਨਾ ਕਰਨਾ, ਰਾਣਾ ਸਾਹਿਬ ਨੂੰ ਜਵਾਬ ਦੇਣਾ ਪਹਿਲੇ। ਜੀ ਰਾਣਾ ਸਾਹਿਬ ਤੁਸੀਂ ਉਹਦੇ ਤੇ ਵਾਪਸੀ ਜਵਾਬ ਦਿਓ। ਹਾਂਜੀ ਠੀਕ ਹੈ, ਮੈਂ ਹੁਣ ਗੱਲ ਕਰਨ ਲੱਗਾ, ਕੋਈ ਨਾ ਬੋਲੇ ਵਿੱਚ।
ਮੈਂ ਬਿਲਕੁਲ ਉਹਨੇ ਸਾਰੀ ਗੱਲ ਸੁਣੀ, ਫੈਸਲਾ ਲਾਕ ਹੋ ਗਿਆ। ਕਹਿੰਦੇ ਜੀ ਮੈਂ ਥੋੜੀ ਦੇਰ ਬਾਅਦ ਫੈਸਲਾ ਦਾਂਗਾ। ਮੈਂ ਕਿਹਾ ਠੀਕ ਹੈ, ਭਾਵੇਂ ਉਹ ਆਪਣਾ ਜਾਵੇ ਪ੍ਰਾਈਵੇਟ ਬਹਿ ਕੇ, ਭਾਵੇਂ ਉਹ ਸਾਰੀ ਡਿਬੇਟ ਨੂੰ ਇੱਕ ਵਾਰੀ ਸੁਣੇ ਪਰ 100 ਵਾਰੀ ਸੁਣੇ, ਮੈਨੂੰ ਕਤਨ ਇਤਰਾਜ਼ ਨਹੀਂ ਹੁੰਦਾ। ਔਰ ਉੱਥੇ ਮੈਂ ਇਹਨੂੰ ਯਾਰ ਰਸੂਲ ਨੂੰ ਪਤਾ ਹੈ ਕਿ ਮੈਂ ਆਪਣੀ ਬਰਾੜ ਤੇ ਕਿਹਾ ਵੀ, ਮੈਂ ਕਿਹਾ ਅਗਰ ਅਫਸਰ ਬੜਾਇ ਸਾਹਿਬ ਤੁਸੀਂ ਮੁਨਾਸਬ ਸਮਝਦੇ ਹੋ, ਅਸੀਂ 3 ਜੱਜ ਮੁਕਰਰ ਕਰ ਲਾਂਗੇ, 2 ਮੁਸਲਮਾਨ ਹੋਣਗੇ। ਮੈਂ ਇਹ ਕਹਿੰਦਾ ਨਹੀਂ ਉਹੀ ਰਹੇਗਾ। ਮੈਂ ਕਿਹਾ ਠੀਕ ਹੈ, ਨੋ ਪ੍ਰੋਬਲਮ। ਮੈਂ ਉਦੋਂ ਤੱਕ ਉਹਨਾਂ ਦੀ ਨੀਅਤ ਤੇ ਸ਼ੱਕ ਨਹੀਂ ਕੀਤਾ। ਮੈਂ ਕਿਹਾ ਮੈਂ ਠੀਕ ਹੈ ਜੀ। ਮੈਂ ਕਿਹਾ ਕਿਉਂਕਿ ਭਾਰਾ ਕੰਮ ਆ, ਅਫਸਰ ਬੜਾਇ ਸਾਹਿਬ ਨਾ ਚੁੱਕ ਸਕੇ। ਫਿਰ ਇਹਨੇ ਕਿਹਾ ਮੈਂ ਫੈਸਲਾ ਮਹਿਫੂਜ਼ ਕਰ ਲਿਆ। ਮੈਂ ਠੀਕ ਹੈ, ਮੈਂ ਇਹਨੂੰ ਰਿਵਿਊ ਕਰਾਂਗਾ। ਮੈਂ ਕਿਹਾ ਠੀਕ ਹੈ, ਜਾਣ 1 ਵਾਰੀ ਸੁਣਨ, 2 ਵਾਰੀ ਸੁਣਨ, 10 ਵਾਰੀ ਸੁਣਨ, ਆਈ ਡੋਂਟ ਮਾਈਂਡ। ਕੱਲਾ ਬੰਦਾ ਔਰ ਉਹ 'ਚੋਂ ਐਨਾਲਾਈਜ਼ ਕਰੇ ਕਿ ਕੀ ਗੱਲ ਹੋਈ ਹੈ, ਕਿਹਨੇ ਕੀ ਐਵੀਡੈਂਸ ਪੇਸ਼ ਕੀਤਾ ਔਰ ਵਿੱਚ ਬੇਸਲਾਈਨ ਕੀ ਸੀ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਜਿੰਨੇ ਮੇਰੇ ਮੁਖਾਲਫਿਨ ਨੇ, ਮੇਰਾ ਇੱਥੇ ਕੋਈ ਵੀ ਨਹੀਂ, ਮੈਂ ਇਕੱਲਾ ਵਾਂ, ਨਾ ਮੇਰਾ ਕੋਈ ਅਹਿਮਦੀ ਹੈ ਨਾ ਮੇਰਾ ਕੋਈ ਗੈਰ ਅਹਿਮਦੀ ਹੈ। ਆਈ ਐਮ ਦੀ ਸਿੰਗਲ ਪਾਰਟੀ, 1 ਮੈਨ ਆਰਮੀ। ਇਹਨਾਂ ਨੇ ਮੇਰੇ ਜਿੰਨੇ ਮੁਖਾਲਫ ਨੇ ਉਹਨਾਂ ਸਾਰਿਆਂ ਨੂੰ ਬਿਠਾ ਕੇ ਉਹਨਾਂ ਕੋਲ ਮਸ਼ਵਰੇ ਕਰਨ ਦੇ ਨੇ। ਔਰ ਯਾਰ ਤੇਰੇ 'ਚ ਅੱਗੇ ਇੰਨੀ, ਅਗਰ ਤੇਰੇ 'ਚ ਤੂੰ ਜੱਜ ਤੇ ਬਣ ਗਿਆ, ਤੇਰੇ 'ਚ ਇੰਨੀ ਕੈਪੇਬਿਲਿਟੀ ਨਹੀਂ ਹੈ ਕਿ ਤੂੰ ਚੀਜ਼ਾਂ ਨੂੰ ਐਨਾਲਾਈਜ਼ ਕਰ ਸਕੇ ਜਾਂ ਪੁਆਇੰਟ ਆਊਟ ਕਰ ਸਕੇ ਕਿ ਇਹ ਐਵੀਡੈਂਸ ਹੈ, ਇਹ ਬੇਸਲਾਈਨ ਹੈ, ਇੱਥੇ ਗੱਲ ਹੋਣੀ ਹੈ। ਔਰ ਇਹਨਾਂ ਨੇ ਕੰਟੀਨਿਊਸਲੀ, ਮੈਂ ਜਦੋਂ ਸੌਂ ਗਿਆ ਨਾ 4-5 ਘੰਟੇ ਬਰਾੜ ਲਾਈ ਹੈ। ਜਦੋਂ ਮੈਂ ਸੌਣ ਤੋਂ ਪਹਿਲਾਂ ਮੈਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਮੁਖਾਲਫਿਨ ਮੇਰੇ ਬਿਠਾ ਕੇ ਉਹਨਾਂ ਕੋਲ ਮਸ਼ਵਰੇ ਕਰਨੇ ਸ਼ੁਰੂ ਕਰਦੇ। ਜੱਜ ਨੇ ਫੈਸਲਾ ਕਹਿਣਾ ਆਪ, ਜਦੋਂ ਕੇਸ ਚੱਲਣ ਡਿਆ ਹੋਵੇ ਉਦੋਂ ਜੱਜ ਮਸ਼ਵਰਾ ਕਰ ਸਕਦਾ ਹੈ ਕਿਸੇ ਦੇ ਨਾਲ। ਜਦੋਂ ਕੇਸ ਕਲੋਜ਼ ਹੋ ਜਾਏ ਉਦੋਂ ਜੱਜ ਨੇ ਫੈਸਲਾ ਦੇਣਾ, ਕਿਸੇ ਹੋਰ ਨੇ ਵਿੱਚ ਬੰਦਾ ਨਹੀਂ ਇਨਵੋਲਵ ਕਰਨਾ ਐਕਸਪਰਟਲੀ। ਉਦੋਂ ਜੱਜ ਨੇ ਆਪਣੇ ਫਹਿਮ ਦੇ ਮੁਤਾਬਕ ਆਪਣਾ ਫੈਸਲਾ ਦੇਣਾ। ਉਹ ਮੈਂ ਨਾ ਮਨਜ਼ੂਰ ਕਰਦਾ, ਫਿਰ ਮੈਨੂੰ ਕਹਿੰਦੇ ਜਦੋਂ ਸਾਰੇ ਮੇਰੇ ਮੁਖਾਲਫਿਨ ਇਕੱਠੇ ਕਰਕੇ ਬਿਠਾ ਲਏ, ਮੈਂ ਸੁੱਤਾ ਉੱਠਿਆ, ਮੈਨੂੰ ਇਹ ਪਤਾ ਲੱਗਾ ਕਿ ਮੇਰਾ ਨੰਬਰ ਲੱਭਣ ਡੇ ਨੇ ਕਿਤੇੋਂ, ਮਤਲਬ ਕਿ ਮੈਂ ਸੁੱਤਾ ਪਿਆ, ਮੇਰਾ ਨੰਬਰ ਨਹੀਂ ਨਾ ਲੱਭਾ। ਫਿਰ ਜਦੋਂ ਮੇਰੀ ਅੱਖ ਖੁੱਲੀ ਹੈ, ਮੈਨੂੰ ਮੈਸੇਜ ਆਏ ਸੀ, ਮੈਂ ਚੈੱਕ ਕੀਤੇ, ਕੋਈ ਇਹ ਕੰਮ ਹੋਇਆ। ਫਿਰ ਮੈਂ ਅਫਸਰ ਬੈਠਾ ਸੀ ਉਦੋਂ ਰਹੀਲ ਦੀ ਬਰਾੜ ਤੇ, ਇਹਨੂੰ ਬਲਾਕ ਕਰੋ ਥੋੜਾ ਦਾ ਤੋ, ਉਹਨੂੰ ਨਾ ਮੈਂ ਰਹੀਲ ਦੀ ਬਰਾੜ ਤੇ ਗਿਆ, ਉੱਥੇ ਅਫਸਰ ਬੜਾਜ ਬੈਠਾ। ਤੁਸੀਂ ਥੱਲੇ ਮੈਸੇਜ ਨਾ ਪੜੋ, ਤੁਸੀਂ ਬਿਆਨ ਠੀਕ ਹੈ। ਤੁਹਾਡੇ ਬਿਆਨ ਦੀ ਸਮਝ ਕੋਈ ਨਹੀਂ ਆ ਰਹੀ, ਵਾਜ਼ੇ ਬਿਆਨ ਦਿਓ ਜਿਸ ਤਰ੍ਹਾਂ ਵਾਜ਼ੇ ਸਵਾਲ ਹੈ। ਯਾਰ ਬੇਨਤੀ ਡਿਆ ਨਾ, ਮੈਂ ਪੂਰੀ ਡਿਟੇਲ ਦੱਸਣ ਵਾਲੀ ਹੈ। ਮਿਊਟ ਕਰ। ਓਕੇ। ਮੈਂ ਜੋ ਸੁੱਤਾ ਉੱਠਿਆ ਨਾ, ਰਹੀਲ ਦੀ ਬਰਾੜ ਦੇ ਅਫਸਰ ਬੜਾਜ ਬੈਠਾ ਸੀ ਤੇ ਮੈਂ ਉੱਥੇ ਗਿਆ ਨਾ ਗੱਲ ਕਰਨ ਲਈ, ਤੇ ਥੱਲੇ ਅਮਨ ਨਜ਼ੀਰ ਐਂਟਰ ਹੋਇਆ ਤੇ ਕਹਿੰਦੇ ਅਮਨ ਭਾਈ ਕੋ ਉਠਾਇਆ। ਮੈਂ ਕਿਹਾ ਇਹਨੂੰ ਉਠਾਇਆ ਤੇ ਮੈਂ ਚੱਲ ਜਾਣਾ, ਮੈਂ ਨਹੀਂ ਗੱਲ ਕਰਨੀ, ਕਿਉਂਕਿ ਮੈਂ ਉੱਥੇ ਗੱਲ ਕਰਨੀ ਗਿਆ ਸੀ। ਇਹਨਾਂ ਨੇ ਅਮਨ ਨਜ਼ੀਰ ਨੂੰ ਧੱਕੇ ਨਾਲ ਚੁੱਕ ਲਿਆ। ਮੈਂ ਕਿਹਾ ਤੁਸੀਂ ਇਹਨੂੰ ਖਬੀਜ਼ ਨੂੰ ਕਿਉਂ ਚੁੱਕਿਆ? ਮੈਂ ਉੱਥੇ ਥੱਲੇ ਚਲਾ ਗਿਆ। ਫਿਰ ਮੈਨੂੰ ਪਤਾ ਲੱਗਾ ਅਫਸਰ ਬੜਾਇਆ ਨੇ ਹੁਣ ਆਪਣੀ ਬਰਾੜ ਆਨ ਕਰ ਲਈ ਹੈ ਤੇ ਮੈਨੂੰ ਇਨਵੀਟੇਸ਼ਨ ਆਈ, ਮੈਂ ਉੱਥੇ ਗਿਆ। ਉੱਥੇ ਵੀ ਥੱਲੇ ਅਮਨ ਨਜ਼ੀਰ ਆਇਆ ਤੇ ਮੈਂ ਕਿਹਾ ਇਹਨੂੰ ਨਾ ਚੁੱਕਣਾ, ਜੇ ਮੈਂ ਗੱਲ ਕਰਨੀ ਹੈ ਮੈਂ ਇਹਦੇ ਨਾਲ ਨਹੀਂ ਬਹਿਣਾ। ਮੈਂ ਕਿਹਾ ਅਫਸਰ ਬੜਾਇਆ ਤੂੰ ਜਿਹੜਾ 5 ਘੰਟੇ ਬਰਾੜ ਲਾ ਕੇ ਮੇਰੇ ਮੁਖਾਲਫੀਨ ਕੋਲੋਂ ਮਸ਼ਵਰੇ ਕਰਦਾ ਰਿਹਾ, ਤੂੰ ਵਨਰੇਬਲ ਹੋ ਗਿਆ, ਤੂੰ ਕੰਟਰੋਵਰਸ਼ਲ ਹੋ ਗਿਆ। ਹੁਣ ਨਾ, ਹੁਣ ਅਗਰ ਤੇਰਾ ਫੈਸਲਾ ਮੇਰੇ ਹੱਕ 'ਚ ਆਵੇ ਜਾਂ ਮੇਰੇ ਖਿਲਾਫ ਆਵੇ, ਉਹ ਮੈਨੂੰ ਨਾ ਮਨਜ਼ੂਰ ਹੈ, ਤੂੰ ਇਹ ਫੈਸਲਾ ਨਾ ਦੇਈ। ਉਹਨੂੰ ਮੈਂ ਕਹਿਤਾ। ਔਰ ਫਿਰ ਉੱਤੇ ਇਹਨਾਂ ਨੇ ਅਮਨ ਜੀ ਨੂੰ ਚੁੱਕ ਲਿਆ ਕਿ ਇਹ ਨਾ ਬੈਠ ਸਕੇਦਾ, ਇਹਨੂੰ ਪਤਾ ਇਹਨੇ ਨਹੀਂ ਬਹਿਣਾ। ਫਿਰ ਮੈਂ ਉੱਥੋਂ ਮੈਂ ਕਿਹਾ ਤੁਸੀਂ ਇਹਨੂੰ ਚੁੱਕ ਲਿਆ ਉੱਤੇ, ਹੁਣ ਮੈਂ ਚੱਲਾ, ਹੁਣ ਤੈਨੂੰ ਮੈਂ ਆਪਣਾ ਬਿਆਨ ਕੱਢ ਕਰਤਾ ਕਿ ਯੂ ਆਰ ਨੋ ਮੋਰ ਜੱਜ, ਕਿਉਂਕਿ ਤੂੰ ਕੰਟਰੋਵਰਸ਼ਲ ਹੋ ਗਿਆ, ਤੂੰ ਮੇਰੇ ਮੁਖਾਲਫਿਨ ਨਾਲ ਬੈਠਾ। ਉਹਦੇ ਬਾਅਦ ਇਹਦਾ ਕੋਈ ਫੈਸਲਾ ਵੀ ਹੋਏਗਾ ਉਹਨੂੰ ਮੈਂ ਜੁੱਤੀ ਦੀ ਨੋਕ ਤੇ ਰੱਖਦਾ। ਔਰ ਬਾਅਦ ਚੋਂ ਫੈਸਲਾ ਸੁਣਾ ਕੇ ਇਹ ਮੇਰੀ ਬਰਾੜ ਤੇ ਆਇਆ। ਇਹਦੇ ਕੋਲ ਇੱਕ ਸਵਾਲ ਰੱਖਿਆ ਗਿਆ, ਕੇਸ ਹੈ ਕੀ ਸੀ, ਕੇਸ ਹੈ ਕੀ ਸੀ, ਤੂੰ ਕਿੱਥੇ ਫੈਸਲਾ ਦਿੱਤਾ? ਇਹ ਕੇਸ ਨਹੀਂ ਦੱਸ ਸਕਿਆ ਕਿ ਕੇਸ ਕੀ ਸੀ। ਕੇਸ ਕੁਛ ਸੀ, ਇਹਨੂੰ ਕੁਝ ਨਹੀਂ ਪਤਾ। ਔਰ ਜਿਹੜਾ ਬਾਅਦ ਚੋਂ ਇਹਨਾਂ ਦਾ ਮੁਸਲਮਾਨ ਮੇਰੇ ਬਰਾੜ ਤੇ ਆਇਆ, ਉਹਦੇ ਕੋਲ ਪੁੱਛਿਆ ਗਿਆ ਕੇਸ ਕੀ ਸੀ, ਉਹ ਕਹਿੰਦੇ ਸ਼ਾਤਮੀਅਤ ਦਾ ਫਿਟ ਹੈ। ਮੈਂ ਕਿਹਾ ਤੁਹਾਡਾ। ਹੁਣ ਮੈਂ ਇਹਨੂੰ ਕਹਾਂਗਾ ਡਾਕਟਰ ਡੇਰਿੰਗ ਤੂੰ ਦੱਸ ਕੇਸ ਕੀ ਸੀ ਅਸਲ, ਦੱਸ। ਬਾਨੋ ਇਹ ਇਕਰਾਰ ਕੀਤਾ ਕਿ ਜਿੰਨੀ ਦੇਰ ਤੱਕ ਕੇਸ ਕਲੋਜ਼ ਨਹੀਂ ਹੁੰਦਾ, ਕੇਸ ਚੱਲ ਰਿਹਾ, ਉਨੀ ਦੇਰ ਜੱਜ ਕਿਸੇ ਨਾਲ ਮਸ਼ਵਰਾ ਕਰ ਸਕਦਾ।
ਤੇ ਇਹਦਾ ਜਿਹੜਾ ਇਤਰਾਜ਼ ਸੀ ਵੀ ਇਹ ਮੇਰੇ ਮੁਖਾਲਫਾਂ ਕੋਲ ਜਾ ਕੇ ਬੈਠਾ, ਮੇਰੇ ਸਾਰੇ ਹੀ ਮੁਖਾਲਫ ਨੇ, ਕੋਈ ਵੀ ਸਾਡੇ ਨਾਲ ਦਾ ਨਹੀਂ। ਭਾਈ ਸਾਡਾ ਵੀ ਇਹੀ ਬਿਆਨੀਆ, ਅਸੀਂ ਵੀ ਇਹੀ ਕਹਿੰਦੇ ਲਿਆ, ਉਹ ਸਾਡੇ ਵੀ ਮੁਖਾਲਫ ਨੇ। ਔਰ ਇੱਕ ਗੱਲ ਕੋਈ ਢੱਗੀ ਛੁਪੀ ਵੀ ਨਹੀਂ ਹੈ, ਇੱਥੇ ਬੰਦੇ ਬੈਠੇ ਗਵਾਹੀ ਦੇਣਗੇ ਵੀ ਉਹ ਸਾਡਾ ਮੁਖਾਲਫ ਆ। ਦੋਵੇਂ ਬੰਦੇ ਬਲਕਿ ਸਾਡੇ ਮੁਖਾਲਫ ਨੇ, ਇੱਕ ਜ਼ਿਆਦਾ ਵੱਡਾ ਮੁਖਾਲਫ ਆ, ਦੂਸਰਾ ਜਿਹੜਾ ਉਹਦੀ ਮੁਖਾਲਫਤ ਦਾ ਸ਼ਾਇਦ ਇਹਨਾਂ ਨੂੰ ਨਾ ਪਤਾ ਹੋਏ ਉਹ ਵੀ ਮੁਖਾਲਫ ਆ ਸਾਡਾ। ਇਹ ਤੇ ਅਸੀਂ ਵੀ ਬਿਆਨ ਦੇ ਸਕਦੇ ਹਾਂ ਕਿ ਅਸੀਂ ਜ਼ਬਾਨ ਦੇ ਗਾਂਡੂ ਨਹੀਂ ਹੈ ਵੀ ਅਸੀਂ ਇੱਕ ਬੰਦੇ ਨੂੰ ਜੱਜ ਮੁਕਰਰ ਕਰ ਲਿਓ, ਭਾਵੇਂ ਸਾਡੇ ਦੁਸ਼ਮਣਾਂ ਕੋਲ ਮਸ਼ਵਰਾ ਲੈ, ਭਾਵੇਂ ਸਾਡੇ ਦੋਸਤਾਂ ਕੋਲ ਲੈ। ਜਦੋਂ ਆਪਣੀ ਜ਼ਬਾਨੋਂ ਰਾਣਾ ਸਾਹਿਬ ਤੁਸੀਂ ਇਕਰਾਰ ਕਰ ਚੁੱਕੇ ਹੋ ਕਿ ਜਿੰਨੀ ਦੇਰ ਕੇਸ ਕਲੋਜ਼ ਨਹੀਂ ਹੁੰਦਾ ਜੱਜ ਉਨੀ ਦੇਰ ਤੱਕ ਮਸ਼ਵਰਾ ਕਰ ਸਕਦਾ, ਹੁੰਦਾ ਵੀ ਇੰਝ ਹੀ ਆ। ਜੱਜ ਨੇ ਜਦੋਂ ਤੁਸੀਂ ਜੱਜ ਮੁਕਰਰ ਕਰ ਲਿਆ, ਉਹਨੇ ਫਿਰ ਆਪਣੇ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਨੀ ਹੈ, ਕੇਸ ਦੀ ਹਰ ਤਫਸੀਲ ਉਹਨੇ ਪਤਾ ਕਰਨੀ ਹੈ, ਉਹਨੂੰ ਜਿੱਥੋਂ ਵੀ ਪਤਾ ਲੱਗੇ ਉਹਦਾ ਹੀ ਸਵਾਬ ਦੇਈਦਾ, ਤੁਹਾਡੀ ਨਹੀਂ। ਦੂਜੇ ਨੰਬਰ ਤੇ ਗੱਲ ਇਹ ਆ, ਤੁਸੀਂ ਹੁਣ ਇੱਥੇ ਆ ਕੇ ਕਹਿ ਰਹੇ ਹੋ ਕਿ ਜੀ ਜੱਜ ਨੂੰ ਅਸੀਂ ਬਾਅਦ ਚ ਪੁੱਛਿਆ ਵੀ ਕੇਸ ਕੀ ਸੀ, ਉਹ ਕੇਸ ਨਹੀਂ ਦੱਸ ਸਕਿਆ। ਯਾਰ ਰਸੂਲ ਤੂੰ ਦੱਸ ਸਾਡਾ ਕੇਸ ਕੀ ਆ। ਪਹਿਲੇ ਤੁਹਾਨੂੰ ਨਹੀਂ ਸੀ ਪਤਾ ਵੀ ਜੱਜ ਜਿਹੜਾ ਵਾ ਉਹਦੀ ਇੰਨੀ ਅਕਲ ਹੈ ਜਾਂ ਨਹੀਂ ਹੈ, ਜੱਜ ਨੂੰ ਗੱਲ ਸਮਝ ਆਈ ਜਾਂ ਨਹੀਂ ਆਈ। ਉੱਥੇ ਜਦੋਂ ਕੇਸ ਤੂੰ ਸੁਣਾ ਰਿਹਾ ਸੀ ਜੱਜ ਨੂੰ, ਉਦੋਂ ਤੂੰ ਕਿਉਂ ਨਹੀਂ ਪੁੱਛਿਆ ਜੱਜ ਨੂੰ? ਉਹਨੂੰ ਮਿਊਟ ਕਿਹਨੇ ਕੀਤਾ ਯਾਰ? ਉਹਨੂੰ ਮਿਊਟ ਕਿਹਨੇ ਕੀਤਾ? ਕਿਉਂ ਕਰ ਦਿਆ ਮਿਊਟ? ਯਾਰ ਰਸੂਲ ਨੂੰ ਗੱਲ ਕਰਨ ਦਿਓ ਯਾਰ, ਯਾਰ ਰਸੂਲ ਨੂੰ ਗੱਲ ਕਰਨ ਦਿਓ, ਕੋਈ ਗੱਲ ਨਹੀਂ, ਮੈਂ ਸੁਣਨ ਦਿਆ। ਮੈਂ ਜੇ ਮੇਰੇ ਬਾਰੇ ਗੱਲ ਕਰਾਂ, ਜੇ ਮੈਂ ਸੁਣ ਸਕਦਾ ਚੁੱਪ ਕਰਕੇ, ਤੁਹਾਨੂੰ ਕੀ ਹੈ? सारे म्यूट लाओ। जिन बंदों को इनकी बात अच्छी नहीं लग रही, जिन बंदों को इनके अल्फाज से मसाइल है, वो चले जाए यार। यहाँ बैठ के हमें डायरेक्शन ना दें कि वो ये बोल रहा है, वो बोल रहा है। चलो जी डॉक्टर साहब गाल कर भाई मैंने तो किसी के बारे में बात ही नहीं की, मैं तो अपने ही बारे में बात कर रहा हूँ। बड़ी सेंसिटिविटी है भाई। तो मैं ये बात कर रहा हूँ कि जब ये राणा साहब आप दलाइल पेश कर रहे थे उधर, उस वक्त आपने क्यों नहीं पूछा जज को कि जज साहब आपको केस समझ आया या नहीं आया? उस वक्त आपको नहीं था पता कि जज की इतनी अकल है या नहीं है, इसको केस समझ आ सकता है नहीं आ सकता, आएगा नहीं आएगा, इसकी अकल काम करती या नहीं करती? उस वक्त नहीं पता था आपको? ये बातें उस वक्त करने वाली थी, अब नहीं। जंग के बाद जो मुक्का याद आता है वो अपने मुंह पे मारा जाता है। जब आप उसको दलाइल पेश कर रहे थे, ऑडियो सुना रहे थे, जब आप उसको कह रहे थे कि मेरी बात मुकम्मल हुई जी, अब ज़िया रसूल से बात सुन ले, तब नहीं आपको पता था कि भाई जज को केस समझ आया या नहीं आया? उस वक्त पूछ लेते कि जज साहब आपको मेरी बात समझ आ गई या नहीं आई। उसके बाद आगे चलो, जब जज ने कहा कि भाई मैंने दोनों तरफ की बात सुन ली है, रिकॉर्ड कर ली है, अब मैं इसको दोबारा जाके सुनूंगा तसल्ली से, फिर मैं अपना फैसला करूंगा, तब आपने क्यों नहीं पूछा कि भाई जज साहब आपको बात समझ आ गई है सारी, की झगड़ा हमारा किस बात का? नहीं पूछा आपने। आपने कहा ठीक है जी जाएं। उस वक्त तक आप खुद अपनी जुबान से करार कर रहे हैं कि मुझे जज पे एतमाद था, मुझे कोई उस पर शक शुबा नहीं था। अगली बात, जिस बात को बेस बना के आप कह रहे हैं और उस दिन जज को जाके आपने कहा कि मुझे आप पे एतमाद नहीं है, उस बेस को आपने खुद खत्म कर दिया है, ये कह के कि जब तक केस क्लोज नहीं होता जज मशवरा कर सकता है। जब जज ने मशवरा किया क्या तब केस क्लोज हो गया था? नहीं हुआ था, अभी तो उसकी जजमेंट भी नहीं अनाउंस हुई थी। केस कहाँ क्लोज होना है? केस तब क्लोज होता है जब जजमेंट हो जाए और फ्री कैन को सुना दिया जाए, फाइल तब क्लोज होती है, केस तब क्लोज होता है। तो आप जिस बुनियाद पर जज पे इल्ज़ाम तराशी लगा रहे हैं कि भाई वो उसकी क्रेडिबिलिटी नहीं रही, वो काबिल एतमाद नहीं रहा, उस वजह को आपने खुद ख़त्म कर दिया ये कहकर कि जज उस वक्त तक मशवरा कर सकता है जब तक कि केस क्लोज ना हो। अगली बात और आखिरी बात, अगर आपको जज पे किसी किस्म का शक था तो पहले मरहले पे जब दलाइल दिए जा रहे थे तब कहते, उसके बाद जब जज चला गया है कि मैं खुद सुनूंगा अकेला और फिर अपनी बराड़ लगाऊंगा, फिर उसने दोबारा अपनी बराड़ लगाई और कुछ लोगों से मशवरा लिया जिनको आप कहते हैं हमारे मेरे मुखालफ हैं, हम कहते हैं हमारे मुखालफ हैं। उस वक्त तक आप सोए हुए थे? उस वक्त तक क्यों नहीं कहा जज को जाके आपने कि भाई आप हमारे मुखालफों के साथ बैठे हुए हैं, इनसे मशवरा कर रहे हैं, लिहाजा आपका जो है आप मुतनाज़े हो गए हैं, मैं आपका फैसला नहीं मानूंगा? क्यों नहीं कहा आपने? जब जज ने उन लोगों को बिठाकर इतनी देर घंटा डेढ़ घंटा मशवरे भी किया, सब कुछ किया, किधर थे आप? क्यों नहीं कहा जाके कि भाई आप मेरे मुखालफों से मशवरा कर रहे हैं, मुझे आपका फैसला मंजूर नहीं? आपने नहीं कहा। जब मशवरा लेने के बाद एंड पे वो नतीजे पे किसी के पे पहुंचे हैं, उस अफजल बड़ैच ने आपके पास बराड़ पे आए हैं और आपको कहा कि आ जाओ मैं फैसला सुनाने लगा हूँ। आपने कहा मैंने सोना है या बिजी हूँ या जो भी आपने वजह बयान की, तो आप कुछ घंटों के बाद लगाना बराड़, फिर सुना लेना फैसला। वापस अफजल बड़ैच उसी बराड़ पे जहाँ पे वो अपनी बराड़ उसने लगाई हुई, तो उसने अनाउंस किया कि भाई राणा जहाज साहब जो हैं वो मसरूफ हैं अभी, लिहाजा मैं मिनट ला लो, मिनट ला लो। हुण जिहड़ी इहने पहली गल कीती है मैनूं याद रहनी है,
मिनट ला लो चलो ठीक है, नहीं याद रहेगी दोबारा पूछ लेना। मैं हुण तेरी नहीं सारी याद तकलीफ रहेगी मैं बाद आपको। इधर रुक जा। बहुत ही मैं लंबी तेरे को गल हो एक गई सवाल है। पूछया, मैं एक ठीक है, आखिरी बात ही है जी। अली अकबर एक मिनट, मैं तेरे को चलो, तेरी इसी का सारी गल्लां होल्ड कर लिया, तू सिर्फ मैनू ये दस केस की सी बस, छड़ इस गल नूं। मैं तेरे को एक सवाल पूछा ਉਹਦਾ ਜਵਾਬ ਨਹੀਂ ਦਿੱਤਾ ਮੈਨੂੰ तू नहीं राणा साहब नहीं, मैं तेनू मैं तेरा पाबंद नहीं है। तू हुण अफजल वड़ैच को जाके कह केस की सी, मैनू ए मसला साडा ਦੱਸਣਾ ਮੈਨੂੰ ਕੇਸ ਕੀ ਤੂੰ ਪਾਗਲ ਬਣਾ ਰਿਹਾ, ਇਹ ਮਸਲਾ ਸਾਡਾ। ਨਾਲ ਮੇਰੀ ਡਿਬੇਟ ਹੈ ਯਾਰ ਉਹ ਭਾਈ ਜੇ ਨਹੀਂ ਸਾਨੂੰ ਕੇਸ ਦਾ ਮਸਲੇ ਦਾ ਪਤਾ, ਜੇ ਮੈਨੂੰ ਵੀ ਨਹੀਂ ਪਤਾ, ਅਫਜ਼ਲ ਵੜੈਚ ਵੀ ਨਹੀਂ ਪਤਾ, ਤੇ ਕੱਲ ਹੀ ਬਣਾਇਆ ਸੀ ਜੱਜ ਉਹਨੂੰ। ਕਿਉਂ ਬਣਾਇਆ ਜੱਜ ਤੂੰ? ਕੱਲ ਹੀ ਬਹਿਸ ਕੀਤੀ ਮੇਰੇ ਨਾਲ, ਜੇ ਮੈਨੂੰ ਮਸਲੇ ਤੇ ਨਹੀਂ ਪਤਾ। ਤੇਰਾ ਮੇਰਾ ਕੇਸ ਕੀ ਸੀ ਇਹ ਦੱਸ। ਹੱਦ ਹੋ ਗਈ ਵੀ ਮੇਰੇ ਕੇਸ ਦਾ ਮੈਨੂੰ ਵੀ ਨਹੀਂ ਪਤਾ, ਜੱਜ ਨੂੰ ਵੀ ਨਹੀਂ ਪਤਾ, ਤੇ ਕਾਹਦੇ ਵਾਸਤੇ ਜੱਜ ਨੂੰ ਬਣਾਇਆ ਤੂੰ? ਜੱਜ ਦੱਸਣਾ ਕੀ ਕਾਹਦੇ ਕੇਸ ਵਾਸਤੇ ਸੀ? ਉਹਨੂੰ ਕਿਹਾ ਫੈਸਲਾ ਕਰ। ਦੱਸਣਾ ਅਜੀਬ ਕੇਸ ਤਮਾਸ਼ਾ। ਕੀ ਸੀ? ਮੇਰੀ ਗੱਲ ਦਾ ਜਵਾਬ ਦੇ, ਮੇਰੀ ਗੱਲ ਦਾ ਜਵਾਬ ਦੇ ਕਿ ਜਦੋਂ ਅਫਜ਼ਲ ਵੜੈਚ ਤੇਰੇ ਇੱਕ ਸੈਕਿੰਡ ਮੈਂ ਮਿਊਟ ਲਾਇਆ ਯਾਰ, ਰੁਕ ਜਾਓ ਯਾਰ, ਫਿਰ ਦੋਵੇਂ ਹੱਥੀ ਆਪਸ ਚ ਪੈ ਗਏ ਹੋ। ਮੇਰਾ ਸਵਾਲ ਇਹ ਵੇ ਕਿ ਰਾਣਾ ਸਾਹਿਬ ਇਸ ਟਾਈਮ ਸਿਰਫ ਗੱਲ ਇੱਥੇ ਪਹੁੰਚ ਗਈ ਏ ਕਿ ਜਿਹੜੇ ਅਫਜ਼ਲ ਵਰਾਏ ਸਾਹਿਬ ਨੇ, ਇਲਾਮਾ ਸਾਹਿਬ ਅੱਜਕੱਲ ਬਣ ਗਏ ਨੇ ਨਾ ਜੱਜ ਵੀ, ਚੀਫ ਜਸਟਿਸ ਸਾਹਿਬ, ਇਹ ਤੁਹਾਨੂੰ ਮੈਂ ਵੀ ਕਿਹਾ ਸੀ, ਹੋਰ ਲੋਕਾਂ ਨੂੰ ਵੀ ਕਿਹਾ ਸੀ, ਸਵਾਲ ਇੱਥੇ ਇਹ ਆ ਰਿਹਾ ਕਿ ਤੁਸੀਂ ਉਹਨੂੰ ਜੱਜ ਬਣਾਉਣ ਤੋਂ ਪਹਿਲੇ ਇਹ ਸੋਚਿਆ ਜਾਂ ਨਹੀਂ ਸੋਚਿਆ, ਸਿਰਫ ਇਹ। ਤੇ ਉਹ ਜੱਜ ਬਣ ਗਿਆ, ਜਦੋਂ ਉਹਨੇ ਫੈਸਲਾ ਮਹਿਫੂਜ਼ ਕਰ ਲਿਆ, ਉਸ ਤੋਂ ਬਾਅਦ ਆ ਕੇ ਜੱਜ ਨੂੰ ਕਹਿਣਾ ਕਿ ਤੂੰ ਫੈਸਲਾ ਨਹੀਂ ਸੁਣਾਣਾ, ਇਹ ਹੈ ਕਿਤੇ ਕੋਈ ਤਰੀਕ ਦੇ ਵਿੱਚ ਸਿਲਸਿਲਾ ਮੌਜੂਦ ਹੈ ਕਿ ਜੱਜ ਨੇ ਪੂਰੀ ਦੋਵਾਂ ਸਾਈਡ ਦੀ ਗੱਲਾਂ ਸੁਣ ਲਿੱਤੀਆਂ ਨੇ, ਉਹਨੇ ਫਿਰ ਰੇਲ ਦੀ ਬਰਾੜ ਤੇ ਬਹਿ ਕੇ ਕਹਿ ਦਿੱਤਾ, ਮੈਂ ਵੀ ਉੱਥੇ ਮੌਜੂਦ ਸੀ, ਕਿ ਫੈਸਲਾ ਹੋ ਗਿਆ। ਤੇ ਉਹ ਆਮਨ ਨਜ਼ੀਰ ਤਸ਼ਰੀਫ ਲਿਆਇਆ, ਉਹਨੇ ਚੁੱਕ ਕੇ ਮਾਰਿਆ ਉਹਨੂੰ ਥੱਲੇ। ਅੱਗੋਂ ਉਹ ਕਹਿੰਦਾ ਕਿ ਭਾਜੀ ਮੈਂ ਆਪਣੀ ਬਰਾੜ ਲਾਣ ਲੱਗਾ ਵਾਂ ਨਾ, ਤੇ ਫੈਸਲਾ ਉਦੋਂ ਤੱਕ ਉਹਨੇ ਮਹਿਫੂਜ਼ ਕਰ ਲਿੱਤਾ ਹੋਇਆ ਸੀ, ਜਿਹੜਾ ਮੈਨੂੰ ਪਹਿਲੇ ਦਿਨ ਤੋਂ ਉਹਦੇ ਪਹਿਲੇ ਲਫ਼ਜ਼ ਤੋਂ ਪਤਾ ਲੱਗ ਗਿਆ ਸੀ ਫੈਸਲਾ ਕੀ ਹੋਣਾ ਹੈਗਾ ਨਾ। ਉਸ ਟਾਈਮ ਤੁਸੀਂ ਨਹੀਂ ਆਖਿਆ, ਉਹ ਪੂਰਾ ਦਿਨ ਤੁਹਾਡੀ ਬਰਾੜ ਤੇ ਬੈਠਾ ਵੀ ਰਿਹਾ, ਉੱਤੇ ਥੱਲੇ ਵੀ ਜਾਂਦਾ ਰਿਹਾ, ਕਿਉਂਕਿ ਮੈਨੂੰ ਤੇ ਪਹਿਲੇ ਲਫ਼ਜ਼ 'ਚ ਪਤਾ ਚੱਲ ਗਿਆ ਸੀ ਕਿ ਫੈਸਲਾ ਰਾਣਾ ਸਾਹਿਬ ਦੇ ਖਿਲਾਫ ਹੀ ਆਣਾ ਹੈ, ਉਹਦੇ ਰਿਮਾਰਕਸ ਤੋਂ ਪਤਾ ਚੱਲ ਰਿਹਾ ਸੀ। ਲੇਕਿਨ ਜਦੋਂ ਉਹਨੇ ਮਹਿਫੂਜ਼ ਕਰ ਲਿੱਤਾ ਸਾਰਾ ਫੈਸਲਾ, ਅਲੀ ਉਸ ਅਕਬਰ ਸਾਹਿਬ ਤੁਸੀਂ ਗੱਲ ਕਰਨੀ ਹੈ ਕਿ ਮੈਂ ਕਰਨੀ ਹੈ ਇਹ ਦੱਸ ਦਿਓ ਪਹਿਲਾਂ ਮੈਨੂੰ। ਤੁਹਾਨੂੰ ਸਵਾਲ ਕਰ ਰਿਹਾ ਵਾਂ, ਜਬ ਸਵਾਲ ਮੁਖਤਸਰ ਨਹੀਂ ਮੇਰੇ ਸਵਾਲ ਦਾ ਜਵਾਬ ਕਿਸ ਕੁੜੀ ਜੇ ਮੈਨੂੰ ਦੇਣਾ। ਅਟਾਨੂੰ ਤੈਨੂੰ ਕਾ ਕੇਸ ਕੀ ਚੀਜ਼ ਤੇ ਤੂੰ ਮੇਰੇ ਕੋਲ ਜਵਾਬ ਛੱਡਿਆ। ਅੱਛਾ ਮੈਂ ਗੱਲ ਬਾਤ ਚੋ ਆਜ਼ਾਦ ਨਹੀਂ ਹੈ ਗੱਲ ਕਰ ਲੋ, ਹੌਸਲੇ ਨਾਲ ਗੱਲ ਕਰ ਲੋ। ਸਬੀਲ ਦਾ ਇੰਤਜ਼ਾਮ ਵੀ ਕਰਿਆ ਕਰੋ, ਬਰਾੜ ਤੇ ਪਾਣੀ ਨਾਲ ਗੱਲ ਕਰਕੇ ਆਇਆ ਵੀ ਆਜਾ ਮੈਂ ਫੈਸਲਾ ਕਰ ਲਿਆ, ਸੁਣ ਲਾ। ਇਹ ਕਹਿੰਦਾ ਮੈਂ 5 ਘੰਟੇ ਬਾਅਦ ਆਵਾਂਗਾ, ਇਹ ਸੁੱਤਾ ਸੀ। ਆਪਣਾ ਜੱਜ ਲੈ ਕੇ ਮੇਰੇ ਸਾਹਮਣੇ ਮੈਂ ਤੁਹਾਨੂੰ ਦੱਸਾਂ, ਅਗਰ ਤੈਨੂੰ ਕੇਸ ਦਾ ਨਹੀਂ ਉਹ ਪਤਾ ਤੂੰ ਦੂਜੀ ਬਰਾੜ ਤੇ ਬੈਠਾ ਸੀ, ਸੁੱਤਾ ਝੂਠ ਮਾਰੀ ਜਾਣਾ। ਦੂਜੀ ਬਰਾੜ ਤੇ ਬੈਠਾ ਸੀ ਤੂੰ, ਜਿਹੜੀ ਦੂਜੀ ਬਰਾੜ ਤੇ ਬੈਠਾ ਸੀ, ਜਿੱਥੇ ਜਾ ਕੇ ਤੂੰ ਅਫਸਰ ਵੜੈਚ ਨੇ ਕਿਹਾ ਵੀ ਆਜਾ ਮੈਂ ਫੈਸਲਾ ਕਰਨ ਲੱਗਾ, ਤੂੰ ਆਖਿਆ 5 ਘੰਟੇ ਬਾਅਦ ਆਈ। ਕੋਈ ਆਈਡੀਆ। ਮੈਂ ਉੱਥੇ ਗਿਆ, ਉਹਨੂੰ ਦੱਸਿਆ, ਮੈਂ ਕਿਹਾ ਤੇਰਾ ਗੱਲ ਕਰਨ ਲੱਗਾ ਥੱਲੇ ਉੱਤੇ ਅਮਨ ਨਜ਼ੀਰ ਚੜਾਇਆ, ਉਹਦੇ ਹੁੰਦੇ ਮੈਂ ਬਰਾੜ। ਮੈਨੂੰ ਯਾਰ ਆਮਨ ਨਜ਼ੀਰ ਭਾਈ ਦੀ ਗੱਲ, ਆਮਨ ਨਜ਼ੀਰ ਦੀ ਗੱਲ ਨਾ ਸੁਣਾ, ਕੌਣ ਚੜਿਆ ਕੌਣ ਨਹੀਂ ਚੜਿਆ। ਮੈਨੂੰ ਇਹ ਦੱਸ ਵੀ ਜਦੋਂ ਤੱਕ ਬਕੌਲ ਤੇਰੇ ਦੁਸ਼ਮਣਾਂ ਕੋਲੋਂ ਮਸ਼ਵਰਾ ਕਰ ਰਹੇ ਸੀ ਬਰਾੜ ਤੇ ਬਹਿ ਕੇ, ਕਿਉਂ ਨਹੀਂ ਤੂੰ ਕਿਹਾ ਕਿ ਭਾਈ ਮੈਨੂੰ ਇਹ ਨਹੀਂ ਮਨਜ਼ੂਰ? ਉਹ ਯਾਰ ਮੈਂ ਤਾਂ ਸੁੱਤਾ ਸੀ। ਸੁੱਤਾ ਕਿ ਤੂੰ ਬਰਾੜ ਤੇ ਬੈਠਾ ਸੀ? ਇੱਕ ਸੈਕਿੰਡ ਯਾਰ, ਤੁਸੀਂ ਫਿਰ ਹੱਥੀ ਪੈ ਗਏ। ਰੁਕੋ ਰਾਣਾ ਸਾਹਿਬ ਦੇ ਸਵਾਲ ਦਾ ਮੈਨੂੰ ਇਹ ਜਵਾਬ ਦੱਸਣਾ ਕੇਸ ਕੀ ਹੈ, ਇਹ ਕਰਾਂਗਾ ਅਗਲੀ ਗੱਲ। ਡਾਕਟਰ ਡੇਰਿੰਗ ਸਾਹਿਬ ਤੁਸੀਂ ਕੇਸ ਹੀ ਦੱਸ ਦਿਓ ਯਾਰ, ਕੇਸ ਕਿਸੇ ਅਸੀਂ ਨਹੀਂ, ਮੈਨੂੰ ਨਹੀਂ ਪਤਾ ਹੈਗਾ ਜੀ। ਰਾਣੇ ਜ਼ਾਹਦ ਨੇ ਕੈਮਰਾ ਆਨ ਕਰਕੇ ਕੰਨ ਫੜਨੇ ਨੇ, ਇਹ ਕੇਸ ਨਹੀਂ, ਇਹ ਕੇਸ ਨਹੀਂ ਹੈਗਾ, ਤੇ ਫੈਸਲਾ ਹੈ ਆਨ ਨਹੀਂ। ਕਰ ਤੇ ਕੰਨ ਫੜ, ਸ਼ਾਬਾਸ਼। ਉਹ ਯਾਰ ਇਹ ਤੇ ਫੈਸਲਾ, ਕੇਸ ਕੀ ਸੀ ਫੇਰ ਪੁੱਛਣ ਦਾ ਬਸ ਇਹ ਫਿਲਹਾਲ ਇਹ ਕੇਸ ਹੈ, ਜਿੰਨੀ ਦੇਰ ਤੱਕ ਇਹ ਕੇਸ ਨਹੀਂ ਪੂਰਾ ਹੁੰਦਾ ਉਨੀ ਦੇਰ ਤੱਕ ਇਹ ਕੇਸ ਆ। ਕੈਮਰਾ ਆਨ ਕਰ ਤੇ ਕੰਨ ਫੜ, ਸ਼ਾਬਾਸ਼। ਯਾਰ ਕੋਈ ਜ਼ਬਾਨ ਹੁੰਦੀ ਯਾਰ, ਬੰਦੇ ਦੀ ਕੋਈ ਜ਼ਬਾਨ ਹੁੰਦੀ, ਕੋਈ ਬੰਦਾ ਚਾਰਾ ਬੰਦੇ ਚ ਬਹਿ ਕੇ ਜ਼ਬਾਨ ਕਰੇ ਤੇ ਉਹਨੂੰ ਉਹਦੇ ਤੇ ਪਹਿਰਾ ਤੇ ਦੇਣਾ ਚਾਹੀਦਾ। ਉਂਝ ਤੂੰ ਕਹਿੰਦਾ ਮੈਂ ਰਾਣਾ, ਤੂੰ ਰਾਣੇ ਨੂੰ ਵੀ ਲੀਕ ਲਾਈ ਹੈ। ਰਾਣੇ ਸੁਣਦੇ ਹੋਣਗੇ ਕੀ ਕਹਿੰਦੇ ਹੋਣਗੇ, ਤੇ ਇਹਨੇ ਸਾਡੀ ਜ਼ਾਤ ਹੀ ਬਦਨਾਮ ਕੀਤੀ ਹੈ। ਤੁਸੀਂ ਆਪਣੇ ਆਪ ਨੂੰ ਤੁਸੀਂ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਹੋ? ਅਸੀਂ ਵੀ ਰਾਣੇ ਆ, ਸਾਨੂੰ ਉਹਨਾਂ ਵਿੱਚ ਪਿੰਜੀ ਜਾ ਕੀ ਨਾ ਡਾਕਟਰ ਡੇਰੇਂਗੇ। ਮੈਂ ਤੁਹਾਨੂੰ ਰਾਣਿਆਂ ਨੂੰ ਮੈਂ ਕੁਝ ਨਹੀਂ ਕਿਹਾ, ਮੈਂ ਇਹਨੂੰ ਕਹਿ ਰਿਹਾ ਵੀ ਇਹ ਤਾਂ ਰਾਣਿਆਂ ਨੂੰ ਵੀ ਬਦਨਾਮ ਕਰੀ ਜਾਂਦਾ। ਨਹੀਂ ਬਦਨਾਮ ਕੀਤਾ, ਕੇਸ ਕੀ ਹੈ, ਕੇਸ ਦੱਸੋ ਕੀ ਬਦਨਾਮ ਕੀਤਾ। ਕੇਸ ਦਾ ਪਤਾ ਹੈ ਡਾਕਟਰ ਸਾਹਿਬ, ਤੁਹਾਨੂੰ ਕਿ ਨਹੀਂ ਪਤਾ? ਦੱਸ ਦਿਓ ਯਾਰ, ਕਿ ਕੀ ਵਜ੍ਹਾ ਦੱਸਦੇ ਕੋ ਧੜਦੇ ਯਾਰ ਕੇਸ ਦੱਸਣ ਨਾਲ ਕੀ ਹੋ ਜਾਣਾ? ਇਹ ਤੂੰ ਜ਼ਿੰਮੇਵਾਰੀ ਲੈ ਲੈ ਵੀ ਮੈਂ
ਕੇਸ ਦੱਸ ਦਿਆਂ ਤੇ ਕਾਨੇ ਤੇ ਫੜਾਏਗਾ ਤੇ ਮੈਂ ਤੈਨੂੰ ਕੇਸ ਦੱਸ ਦੇਣਾ। ਆ ਦਾ ਚੱਲ ਦੱਸ ਦੇ ਕੇਸ ਦੱਸ ਦੇ, ਪਰ ਮੈਂ ਤੂੰ ਜ਼ਿੰਮੇਵਾਰੀ ਲੈ ਲੈਣਾ। ਰਿਹਾ ਜ਼ਿੰਮੇਦਾਰੀ? ਮੈਂ ਜ਼ਿੰਮੇਵਾਰੀ ਲੈਣਾ। ਠੀਕ ਹੋ ਗਿਆ ਜੀ। ਕੇਸ ਇਹ ਹੈਗਾ ਵਾ, ਇਹ ਬੰਦੇ ਨੇ ਮੇਰੇ ਨਾਲ ਇੱਕ ਗੱਲ ਦਾ ਮੁਆਹਦਾ ਤੈਅ ਕੀਤਾ ਸੀ ਕਿ ਉਹ ਜਿਹੜਾ ਹੈ ਵੇ ਅਮੀਤ ਅਗਰਵਾਲ, ਉਹਨੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਤੇ ਕੋਈ ਕੀਤਾ ਇਤਰਾਜ਼ ਤੇ ਅੱਗੋਂ ਆਮਰ ਨਜ਼ੀਰ ਭਾਈ ਨੇ ਉਸ ਇਤਰਾਜ਼ ਦਾ ਜਵਾਬ ਦਿੰਦਿਆਂ ਹੋਇਆਂ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਕੀਤੀ ਸ਼ਾਤਮੀਅਤ। ਮੈਂ ਇਹਨੂੰ ਕਿਹਾ, ਮੈਂ ਕਿਹਾ ਵੀ ਆਮਰ ਨਜ਼ੀਰ ਭਾਈ ਨੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸ਼ਾਤਮੀਅਤ ਨਹੀਂ ਕੀਤੀ, ਬਲਕਿ ਉਹਨੇ ਉਹ ਗੱਲ ਜਿਹੜੀ ਨੂੰ ਤੂੰ ਸ਼ਾਤਮੀਅਤ ਕਹਿ ਰਿਹਾ ਨਾ, ਉਹ ਮੁਸਲਮਾਨਾਂ ਦੇ ਬਾਰੇ ਗੱਲ ਕੀਤੀ। ਇਹ ਕਹਿੰਦਾ ਜੀ ਲਓ ਜੀ ਐਸੇ ਗੱਲ ਤੇ ਸਾਡਾ ਤੈਅ ਹੋ ਗਿਆ ਕੰਨ ਫੜਨਾ। ਮੈਂ ਇਹਨੂੰ ਕਿਹਾ ਕਿ ਇਹ ਕਹਿੰਦਾ ਉਹਨੇ ਉਹ अली भाई मैंने इनको म्यूट किया है, मेरी बात सुनो। जो आजाद राजपूत भाई है ना, ਚਲੋ ਠੀਕ ਹੈ ਜੀ। ਅਲੀ ਅਕਬਰ ਸਾਹਿਬ ਜਦੋਂ ਹੈ ਤੁਹਾਡੇ ਕੰਟਰੋਲ ਚ ਆ ਜਾਣ ਮੈਨੂੰ ਬੁਲਾ ਲੈਣਾ ਫਿਰ, ਠੀਕ ਹੈ ਜੀ। ਯਾਰ ਆਪਣੇ ਹੋਸਟ ਭਾਈ ਬੋਲ ਰਹੇ ਨੇ, ਹੋਸਟ ਬੋਲ ਰਹੇ ਯਾਰ, ਕੰਟਰੋਲ ਹੋ ਸਭ ਦੱਸੋ ਕੀ ਕਹਿ ਰਹੇ ਯਾਰ। वो खुद इतना कैपेबल हैं, अपनी बात रख सकते हैं, अपनी बात लड़ सकते हैं। वो तो बुत परस्त है, उसको पूजा करनी है उसकी, और वो जिम्मेदारियाँ उठाएगा बाकी की। आप नहीं उठा सकते, आप कोई बुत परस्त इस तरह की नहीं। आपने जिम्मेदारी, आज़ाद राजपूत भाई की अपनी बात तगड़ी है और वो खुद भी कर सकते हैं, तो ये उन्हीं का हक है। वो ज्यादा तो आप ये जो कह रहे हो ना, आप ये जो कह रहे हो कि मैं जिम्मेदारी चुकता हूँ, किसी को किसी की जिम्मेदारी नहीं उठानी चाहिए। जब कुरान में अल्लाह कह रहा है कि हर इंसान ने अपना बोझ खुद उठाना है, तो आप कैसे उठा सकते हैं किसी का? हाँ, ये भी है ना सच। हाँ ठीक है, तो ये काम इन बुतपरस्तों का कर दो। ये गलत बात की प्रोटेक्शन जो लोग जमानतें देते हैं वो क्या होती हैं? जो लोग जमानतें देते हैं वो भी तो होती है, जमानत दी है ना। नहीं, इस पे नहीं, इसका मामले में आपकी जमानत कोई नहीं बनती। सही कह रहा हूँ ना आज़ाद राजपूत भाई? आज़ाद राजपूत से कहा था कि एक सवाल है उन्हें पूछना है, वो बता। बिल्कुल ठीक है, बिल्कुल। हम मेरा मैं बोल सकता कि नहीं? मैं बोल बिल्कुल, आप ही बोलेंगे, आप ही बात करेंगे, अली भाई आप ना करना भी चाहिए। मैं इन्होंने जो केस बताया है ना, वो केस है ही नहीं। ये है प्रॉब्लम, ये इनको भी नहीं पता। ये क्योंकि कुत्ती चोराना रली सी तभी वो फैसला भी आया सी। केस ए सी मेरे और ਇਹਦੇ ਦਰਮਿਆਨ ਜਦੋਂ ਮੈਂ ਕਿਹਾ ਅਮੀਤ ਅਗਰਵਾਲ ਨੇ ਇਤਰਾਜ਼ ਰਸੂਲ ਕਰੀਮ ਤੇ ਕੀਤਾ, ਇਹਨੇ ਕਿਹਾ ਨਹੀਂ ਉਹਨੇ ਮੁਸਲਮਾਨਾਂ ਤੇ ਕੀਤਾ। ਮੈਂ ਕਿਹਾ ਨਹੀਂ ਉਹਨੇ ਨਬੀ ਤੇ ਕੀਤਾ। ਇਹਨੇ ਕਿਹਾ ਝੂਠ ਨਾ ਬੋਲ। ਹੁਣ ਉੱਥੇ ਸੀ ਕੇਸ ਦੀ ਬੇਸ। ਕੋਈ ਸ਼ਾਤਮੀਅਤ ਅਮਨ ਦੀ ਤੇ ਮੈਂ ਜ਼ਿਕਰ ਨਹੀਂ ਕੀਤਾ, ਲਿਹਾਜ਼ ਦਿਖਾ ਦਿਓ। ਕੋਈ ਕਿਸੇ ਗੱਲ ਦਾ ਨਹੀਂ, ਇਹਦੇ ਮੇਰੇ ਬਿਟਵੀਨ ਸੀ ਝੂਠਾ ਕਿਹੜਾ ਕਿ ਅਮੀਤ ਅਗਰਵਾਲ ਨੇ ਇਤਰਾਜ਼ ਰਸੂਲ ਕਰੀਮ ਤੇ ਕੀਤਾ ਜਾਂ ਮੁਸਲਮਾਨਾਂ ਤੇ ਕੀਤਾ। ਫਿਰ ਮੈਂ ਬਾਕੀ ਉਹਦੇ ਬਾਅਦ ਜਿੰਨੀਆਂ ਗੱਲਾਂ ਨੇ ਉਹਦੇ ਐਵੀਡੈਂਸ ਤੇ ਕੀਤੀਆਂ ਗਈਆਂ। ਮੈਂ ਕਿਹਾ ਮੈਂ ਤੈਨੂੰ ਅਸਲ ਮੈਸੇਜ ਦਿਖਾਵਾਂਗਾ ਕਿ ਇਤਰਾਜ਼ ਰਸੂਲ ਕਰੀਮ ਤੇ ਹੋਇਆ, ਮੁਸਲਮਾਨਾਂ ਤੇ ਨਹੀਂ ਹੋਇਆ। ਮੈਂ ਕਿਹਾ ਅਮਰਦੀਨ ਨੇ ਜਦੋਂ ਆਪਣਾ ਬਿਆਨ ਸ਼ੁਰੂ ਕੀਤਾ, ਉਹਨੇ ਵੀ ਕਿਹਾ ਕਿ ਆਪਨੇ ਹਮਾਰੇ ਮਾਸੂਮ ਨਬੀ को ऐश प्रस्त का है। जिथे नबी का नाम आ गया उत्थे मुसलमान नहीं है, उत्थे रसूल करीम ने नबी। और ਉਹਦੇ ਬਾਅਦ ਭਾਵੇਂ ਪੂਰੀ ਮਸ਼ਰਤੀ ਰੂਮ ਵੀ ਪੜ੍ਹ ਦੇਵੇ, ਉਹਦਾ ਮੇਰਾ ਕੋਈ ਜ਼ਿੰਮਾ ਨਹੀਂ। ਇਹ ਕੇਸ ਹੀ ਮੇਰੇ ਤੇ ਇਹਦੇ ਦਰਮਿਆਨ ਕਿ ਝੂਠਾ ਕਿਹੜਾ ਹੈ ਕਿ ਉਹਨੇ ਮੁਸਲਮਾਨਾਂ ਦੇ ਇਤਰਾਜ਼ ਕੀਤਾ ਕਿ ਨਬੀ ਤੇ ਇਤਰਾਜ਼ ਕੀਤਾ। ਇਹ ਬੇਸਲਾਈਨ ਹੈ। ਇਹਦੇ ਬਾਅਦ ਬਾਕੀ ਜਿੰਨੀਆਂ ਗੱਲਾਂ ਨੇ ਉਹ ਸਾਰੀਆਂ ਐਵੀਡੈਂਸ ਨੇ। ਕਿਤੇ ਮੈਂ ਅਮਨ ਨਜ਼ੀਰ ਤੇ ਸ਼ਾਤਮੇ ਦਾ ਇਲਜ਼ਾਮ ਲਾਇਆ ਹੋਵੇ ਉਹਦੇ ਵਿੱਚ, ਫਿਰ ਮੈਨੂੰ ਕਹਿਣਾ ਆਈ ਸਮਝ। ਮੈਂ ਇਹ ਬੇਸਲਾਈਨ ਇਹ ਹੈ ਕਿ ਉਹਨੇ ਇਤਰਾਜ਼ ਅਮੀਤ ਅਗਰਵਾਲ ਨੇ ਨਬੀ ਤੇ ਕੀਤਾ ਜਾਂ ਮੁਸਲਮਾਨਾਂ ਤੇ। ਦੈਟਸ ਵਾਟ ਦ ਕੇਸ ਇਜ਼, ਨਥਿੰਗ ਐਲਸ। ਚਲੋ ਜੀ ਅਲੀ ਅਕਬਰ ਸਾਹਿਬ, ਇਸ ਗੱਲ ਤੇ ਨੰਬਰ 2 ਕੇਸ ਨੰਬਰ 2 ਖੋਲ ਲੈਣੇ ਆ। ਅਗਰ ਮੈਂ ਸਾਬਤ ਕਰ ਦਿਆਂ ਕਿ ਇਹ ਰਾਣੇ ਰਾਜਪੂਤ ਨੇ ਅਮਨ ਨਜ਼ੀਰ ਭਾਈ ਤੇ ਸ਼ਾਤਮੀਅਤ ਦਾ ਇਲਜ਼ਾਮ ਲਗਾਇਆ ਤੇ ਰਾਣਾ ਰਾਜਪੂਤ ਕੰਨ ਫੜੇਗਾ। ਅਗਰ ਮੈਂ ਨਾ ਸਾਬਤ ਕਰ ਸਕਿਆ ਤੇ ਮੈਂ ਕੰਨ ਫੜਾਂਗਾ। ਕਰ ਦਿਓ ਰਾਣਾ ਸਾਹਿਬ। ਪਹਿਲਾਂ ਤੂੰ ਕੰਨ ਫੜੇਗਾ ਫਿਰ ਨਹੀਂ ਕੇਸ ਨੰਬਰ 2 ਖੋਲ। ਅਗਲਾ ਤਾਂ ਕੰਨ ਫੜਨੇ ਤੇਰੇ ਆ ਗਏ ਨਾ। ਐ ਹੁਣ ਜਿਹੜੀ ਗੱਲ ਕਰ ਲਈ ਆ ਨਾ ਕਿ ਮੈਂ ਇਹ ਗੱਲ ਨਹੀਂ ਕੀਤੀ, ਮੈਂ ਸ਼ਾਤਮੀਅਤ ਦੀ ਕੋਈ ਗੱਲ ਹੀ ਨਹੀਂ ਹੈ। ਅਗਰ ਮੈਂ ਸਾਬਤ ਕਰ ਦਿਆਂ ਕਿ ਤੂੰ ਇਹ ਅਮਰ ਭਾਈ ਤੇ ਇਲਜ਼ਾਮ ਲਾਇਆ, ਫੜੇਗਾ ਕੰਨ। ਰਾਣਾ ਸਾਹਿਬ ਤੁਸੀਂ ਵੀ ਮਾਈਕ ਲਾਓ ਪਲੀਜ਼, ਤੁਹਾਡੀ ਆਵਾਜ਼ ਨਹੀਂ ਆ ਰਹੀ ਥੱਲੇ ਤੱਕ ਨਾ। ਹਾਂਜੀ ਅਲੀ ਅਕਬਰ ਸਾਹਿਬ ਦੱਸੋ ਜ਼ਰਾ। ਇੱਕ ਮਿੰਟ ਅਲੀ ਅਕਬਰ ਸਾਹਿਬ, ਰਾਣਾ ਸਾਹਿਬ ਪੁੱਛ ਲਓ। आ गया ਦੂਜਾ ਕੇਸ ਖੋਲ ਤੁਹਾਡੀ ਲੈਂਦੇ। ਆਵਾਜ਼ ਨਹੀਂ ਆ ਰਹੀ। आ गया ਰਾਣਾ ਸਾਹਿਬ ਤੁਸੀਂ ਵੀ ਮਾਈਕ ਲਾਓ, ਤੁਹਾਡਾ ਆਵਾਜ਼ ਨਹੀਂ ਆ ਰਹੀ, ਤੁਸੀਂ ਵੀ ਮਾਈਕ ਲਾਓ ਪਲੀਜ਼। मैं ਆਵਾਜ਼ ਨਹੀਂ ਆ ਰਹੀ। आगे आवाज ਤੇਰੀ ਆਵਾਜ਼ ਆ ਰਹੀ। ਜਦੋਂ ਆਪਣਾ ਥੱਲੇ ਬੋਲਦੇ ਨੇ ਉਦੋਂ ਤੁਹਾਡੀ ਆਵਾਜ਼ ਨਹੀਂ ਆਉਂਦੀ। ਇਹਨਾਂ ਨੇ ਮਾਈਕ ਲਾਇਆ ਹੈ, ਤੁਸੀਂ ਵੀ ਮਾਈਕ ਲਾਓ। ਹਾਂਜੀ ਰਾਣਾ ਸਾਹਿਬ ਦੱਸੋ। आवाज ਉਹ ਯਾਰ ਲਾਲਾ ਤੈਨੂੰ ਮਨਾ ਕੀਤਾ, ਮੈਂ ਲਾਲਾ ਮੈਂ ਤਾਂ ਕੋਈ ਨਹੀਂ ਲਾਇਆ, ਤੂੰ ਲਾਣਾ ਤਾਂ ਲਾਲਾ। ਪਹਿਲਾਂ ਇਸ ਕੇਸ ਦਾ ਫੈਸਲਾ ਹੋਏਗਾ। ਪਰ ਤੂੰ ਝੂਠ ਕਿਉਂ ਬੋਲਿਆ ਫਿਰ ਇੱਥੇ ਬੈਠ ਕੇ? ਝੂਠ ਕਿਉਂ ਬੋਲਿਆ? ਝੂਠ ਕਿਉਂ ਬੋਲਿਆ? ਤੂੰ ਲੋਕਾਂ ਨੂੰ ਕਿਉਂ ਬੇਵਕੂਫ ਬਣਾ ਰਿਹਾ?
ਹੋਲਡ ਆਨ ਹੋਲਡ ਆਨ ਹੋਲਡ ਆਨ ਹੋਲਡ ਆਨ ਨਹੀਂ, ਤੂੰ ਇੱਥੇ ਗੱਲ ਕਰ ਹੁਣ ਕਿ ਫੜੇਗਾ ਕਰ ਜੇ ਮੈਂ ਸਾਬਤ ਕਰਤਾ ਤੂੰ ਅਮਨ ਨਜ਼ੀਰ ਭਾਈ ਤੇ ਲਾਇਆ ਇਲਜ਼ਾਮ। ਮੈਂ ਕਿੱਥੇ ਲਾਇਆ ਇਲਜ਼ਾਮ ਓਏ? ਮੈਂ ਜੇ ਸਾਬਤ ਕਰਦੇ ਆ ਫੜੇਗਾ ਕੰਨ। ਹੋਲਡ ਆਨ ਮੈਂ ਹੋਲਡ ਆਨ ਨਹੀਂ ਨਾ ਹੁਣ ਗੱਲ ਕਰਦਾ। ਹੋਲਡ ਆਨ ਕੀ ਹੋਲਡ ਆਨ ਕੰਨ ਫੜਨ ਦਾ ਸ਼ੌਕ ਹੈ ਨਹੀਂ, ਹੋਲਡ ਆਨ ਕੀ ਇੱਥੇ ਬਹਿ ਕੇ ਤੂੰ ਝੂਠ ਮਾਰੀ ਜਾਣਾ ਹੁਣ ਕਿ ਜਨਾ ਹੋਲਡ ਆਨ। ਅੱਛਾ ਤੇ ਸਾਰੇ ਮਿਊਟ ਲਾਓ ਯਾਰ, ਦੋ ਬੰਦੇ ਸੀਡੀ ਸਾਹਿਬ ਰਹਿਣ ਦੋ ਯਾਰ, ਤੁਹਾਡੀ ਹੌਸਲੇ ਨਾਲ ਗੱਲ ਨਹੀਂ ਕਰ ਸਕਦਾ। ਉਹ ਯਾਰ ਹੌਸਲੇ ਨਾਲ ਕਰਵਾਉਂਦੇ ਪਏ ਗੱਲ, ਦੋ ਮਲਕ ਤਲਤ ਦੀ ਬਰੋਡ ਯਾਰੇ ਪਤਾ ਨਹੀਂ ਇਹਨਾਂ ਦੇ ਕੀ ਕਿੰਨੇ ਕੋ ਨਾਜ਼ੁਕ ਮਿਜ਼ਾਜ ਲੋਕ ਨੇ, ਇਹਨਾਂ ਦੇ ਪਤਾ ਨਹੀਂ ਮਿੰਟ ਮਾਰ ਕੇ ਇਹਨਾਂ ਦੇ ਸ਼ੀਸ਼ੇ ਭੱਜ ਜਾਂਦੇ ਨੇ। ਤੇਰੇ ਵੀ ਸ਼ੀਸ਼ੇ ਭੱਜ ਜਾਂਦੇ ਨੇ। ਤੁਹਾਡੇ ਨਿਕਾਹ ਹੋ ਜਾਂਦੇ ਨੇ, ਸਾਡੇ ਤੇ ਯਾਰ ਨਿਕਾਹ ਰੁਕ ਜਾਓ ਯਾਰ, ਤੁਸੀਂ ਕਦੋਂ ਤੁਸੀਂ ਯਾਰ ਤੁਹਾਡੇ ਨਿਕਾਹ ਟੁੱਟ ਜਾਂਦੇ ਵੜ ਗਿਆ ਬਈ। ਮੈਂ ਗੱਲ ਹੋਰ ਪਾਸੇ ਜਾ ਰਹੀ ਹੈ ਨਾ ਅਲੀ ਅਕਬਰ ਸਾਹਿਬ, ਤੁਹਾਨੂੰ ਮੈਂ ਦੱਸ ਰਿਹਾ ਗੱਲ ਹੋਰ ਪਾਸੇ ਜਾ ਰਹੀ ਹੈ, ਪਹਿਲੇ ਹੀ ਤੁਹਾਨੂੰ ਦੱਸ ਰਿਹਾ। ਕੀ ਬੱਕਰ ਫਿਰ ਬਾਅਦ ਚ ਮੈਨੂੰ ਨਾ ਕਹਿਣਾ ਕਿ ਜਾਨ ਚੁਲਾ ਕੇ ਸਾਡੇ ਜਾ ਰਹੀ ਹੈ ਗੱਲ, ਗਲਤ ਗੱਲ ਕਰਦਾ। ਨਹੀਂ ਗੱਲ ਕਿੱਧਰ ਜਾ ਰਹੀ ਆ? ਤੂੰ ਕੀ ਬਦਮਾਸ਼ ਹੈ? ਮਿਊਟ ਕਰੋ ਤੂੰ ਬਦਮਾਸ਼ ਹੈ। ਮੈਂ ਸਾਰੇ ਮਿਊਟ ਲਾ ਰਿਹਾ, ਸਾਰੇ ਰੁਕ ਜਾਓ। ਮਲਕ ਤਲਤ ਦੀ ਬਰੋਡ ਸਮਝੀ ਆ? ਬਦਮਾਸ਼ ਹੈ ਤੂੰ? ਉਹ ਯਾਰ ਸੀਸੀਡੀ ਸਾਹਿਬ ਰੁਕੋ ਯਾਰ। ਗੱਲ ਇੱਥੇ ਜੇ ਤੂੰ ਇੱਥੇ ਬਕਵਾਸ ਕੋ ਕਰੇਗਾ ਕਾਬਰੀ ਤੇ ਮੈਂ ਇੱਥੇ ਲਾਲ ਕਰਾਂਗਾ ਤੈਨੂੰ। ਮੈਂ ਬੋਂਡ ਅਸੀਂ ਲਾਲ ਕਰਾਂਗਾ, ਯਾਦ ਕਰੇਗਾ ਗਸ਼ਤੀ ਦਾ ਬੱਚਾ ਤੂੰ ਕਰੀ ਬਾਰੇ ਮੰਮੀ ਨੂੰ ਕੱਢ ਲੈ ਜਿੰਨੀਆਂ ਗਾਲਾਂ। ਕਾਬਰੀਨ ਦਾ ਕੀਤਾ, ਤੁਸੀਂ ਕਿਉਂ ਝੂਠਾ ਇਲਜ਼ਾਮ ਲਾ ਰਹੇ ਹੋ? ਉਹਨੇ ਕਾਬਰੀਨ ਦਾ ਨਾਂ ਹੀ ਨਹੀਂ ਲਿਆ, ਮੈਂ ਗਵਾਹ ਮੌਜੂਦ ਹਾਂ। ਇਹ ਤੁਸੀਂ ਵੇਖ ਲਓ ਜਾਣ ਕੇ ਕਾਬਰੀਨ ਨਾਲ ਜਾ ਰਹੇ ਹੋ। ਇਹ ਵੇਖ ਲਓ ਸੀਸੀਡੀ ਨੇ ਪਹਿਲੇ ਗਾਲ ਕੱਢੀ ਏ। मैंने ड्राफ्ट किया है, उनसे भी वापसी पे आनी ही आनी थी, मैंने इसलिए ड्राफ्ट ਗਾਲੀ ਵੀ अच्छा ਇੱਥੇ ਸਾਰੇ अस्सलाम वालेकुम रहमतुल्लाह। अस्सलाम अस्सलाम वालेकुम। यार मेरी बात सुनो, यार ये कब से मैं अभी कांच आया हूँ की वापस बन गए यार? स्टोर सीसीडी से। चंगा भला बंदा सी कदों दे कांच दा बन के ते दिमाग ਨੂੰ ਕੀ ਹੋ मैं ਗਿਆ? एक स्टोर में था, मैं अभी आया हूँ। मेरी बात सुनो, देखो वो कहते हैं कि ये जो कि गल होर पासे जा रही हो, बदमाशी की गल जा रही किसी और पासे। कितनी यार देर तक सुने यार भाई गाना के ना ना काट। वो बदमाश है सीसीडी भाई प्लीज यार काम डाउन यार। तू बड़ी देर से देखन दिया सा, मिनट बाद करी जाए ऐ कर सकदा ओ करदा वो अच्छा नहीं है। गल किसी और पासे जा रही है, नहीं है। सानू नहीं पता किधर लेके जा रहे सी गल। ਉਹ ਨਹੀਂ ਗਲਤ ਗੱਲ ਕੀਤੀ, ਅਸੀਂ ਪਾਗਲ यार ਬੈਠੇ अकबर साहब ਤੁਸੀਂ ਦੇ ਹੀ ਕਹਿਣਾ ਕਿ ਨਹੀਂ ਗਲਤ ਗੱਲ, ਕਿ ਮੈਂ ਬੜੀ ਦੇਰ ਦਾ ਦੇਖਣ ਡਿਆ ਸਾਂ। ਯਾਰ ਤੁਸੀਂ ਕੀ ਵੇਖਣ ਡਿਆ? ਤੁਸੀਂ ਅਸੀਂ ਪਾਗਲ ਉਹ ਬੜੀ ਦੇਰ ਦੀ ਤੂੰ ਤੜਾ ਕਰੀ ਜਾਂਦੇ, ਤੁਹਾਡੇ ਜਿੰਨੀ ਜ਼ਰੂਰੀ ਇੱਕ ਵਾਰੀ ਵੀ ਰੋਕੋ। ਯਾਰ ਨਹੀਂ ਇਸ ਬਰਾੜ ਤੇ ਮੇਰੀ ਉਹ ਬਦਮਾਸ਼ ਸੀ, ਇੱਥੇ ਆ ਕੇ ਉਹਨੇ ਮਲਕ ਤਲਤ ਦੀ ਬਰੋਡ ਸਮਝੀ ਆ ਕਿ ਜੋ ਮਰਜ਼ੀ ਕਹੀ ਜਾਏ ਤਾਂ ਸੁਣੀ ਜਾਵਾਂਗੇ। ਯਾਰ ਮੈਂ ਕਿਹਾ ਮੂੰਹ ਦੇ ਛਿੱਤਰ ਦੇ ਪਿੱਛੋਂ ਨਾ ਫੇਰਿਆ ਤਾਂ ਗੱਲ ਕਰੀ। ਸੀਸੀਡੀ ਸਾਹਿਬ ਤੁਸੀਂ ਬਰਾਤ ਖਰਾਬ ਕਰਨੀ ਹੈ, ਜੇ ਤੁਸੀਂ ਬਰਾਤ ਖਰਾਬ ਕਰਨੀ ਹੈ, ਜੇ ਤੁਸੀਂ ਬਰਾਤ ਖਰਾਬ ਕਰਨੀ ਤੇ ਕਰ ਦਿਓ, ਤੁਹਾਡੀ ਮਿਹਰਬਾਨੀ, ਠੀਕ ਹੈ। ਜੇ ਤੁਸੀਂ ਬਰਾਤ ਖਰਾਬ ਕਰਨੀ ਤੇ ਕਰ ਦਿਓ, ਅੱਗੇ ਪਿੱਛੇ ਤੁਸੀਂ ਆਉਂਦੇ ਨਹੀਂ। ਜਦੋਂ ਇਦਾਂ ਦਾ ਕੰਮ ਪੈਂਦਾ ਤੁਸੀਂ ਭੱਜ ਕੇ ਆ ਜਾਂਦੇ ਹੋ। ਸਵੇਰ ਦੀ ਬਰਾਤ ਆਉਂਦੇ ਨਹੀਂ, ਜਦੋਂ ਇਦਾਂ ਦਾ ਭੱਜ ਕੇ ਤੁਸੀਂ ਆ ਕੇ ਜਨਾਬ ਉੱਥੇ ਨਹੀਂ ਭਾਜੀ ਅਸੀਂ ਬਾਕੀ ਕੰਮ ਛੱਡ ਦਈਏ। ਮੈਂ ਤੇ ਸਵੇਰ ਦਾ ਡਾਕਟਰ ਲਗਿਆ 3 ਵਾਰੀ ਮੈਂ ਡਾਕਟਰ ਦੀ ਤੁਸੀਂ ਬਾਕੀ ਕੰਮ ਕਰੋ। ਜੇ ਨਹੀਂ ਤੁਹਾਨੂੰ ਮਸਾਇਦ ਜਾ ਕੇ ਘਰ ਜਾ ਕੇ ਹੋਰ ਕੰਮ ਕਰਤੇ ਆਸਾਨ ਨਹੀਂ ਪਤਾ ਸੀ ਪਾਗਲ ਦੇ क्या हो गया आप ਗੱਲ ਹੈ ਨਾ ਤੇ ਇੱਥੇ ਉੱਤੇ ਸਵੇਰ ਦਾ ਤੁਸੀਂ ਮੈਂ ਸੁਣਿਆ ਨੇ ਉਦੋਂ ਕਿਸੇ ਨੇ ਵਿੱਚ ਬੋਲਿਆ ਨਹੀਂ। ਮੈਂ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਜਿਹਨੂੰ ਕੋਈ ਤਕਲੀਫ ਹੈ ਚਲਾ ਜਾਏ। यार मेरी आवाज आ रही है आप लोगों को? साफ लफ्ज़ किया है, ਕਿਸੇ ਨੂੰ ਥੱਲੇ ਤਕਲੀਫ ਹੈ, ਕਿਸੇ ਨੂੰ ਉੱਤੇ ਤਕਲੀਫ ਹੈ, ਚਲੇ ਜਾਓ ਨਾ ਸੁਣੋ ਤੁਸੀਂ। ਨਹੀਂ ਤਕਲੀਫ ਉਦੋਂ ਨਹੀਂ ਹੋਈ ਜਦੋਂ ਉਹਨੇ ਕਿਹਾ ਕਿ ਮੈਂ ਗੱਲ ਕਿਸੇ ਹੋਰ ਪਾਸੇ ਜਾ ਰਹੀ ਹੈ, ਉਦੋਂ ਨਹੀਂ ਤਕਲੀਫ ਹੋਈ। ਮੈਂ ਦੱਸਦਾ ਸਾਨੂੰ ਨਹੀਂ ਹੋਈ, ਮੈਨੂੰ ਤਾਂ ਤਕਲੀਫ ਹੋਈ, ਤੁਹਾਨੂੰ ਨਹੀਂ ਹੋਈ। ਨਾ ਹੋਵੇ ਮੈਨੂੰ ਹੋਈ ਤਕਲੀਫ, ਮੈਂ ਤਾਂ ਹੀ ਬੋਲਿਆ ਵਿੱਚ। ਅਗਰ ਤਕਲੀਫ ਤੇ ਮੈਂ ਕਿਹਾ ਨਹੀਂ ਕਿ ਚਲੇ ਜਾਓ। ਅਸੀਂ ਕਿਉਂ ਚਲੇ ਜਾਓ? ਕਿਉਂ ਚਲੇ ਜਾਓ? ਯਾਰ ਅਕਬਰ ਭਾਈ, ਯਾਰ ਅਕਬਰ ਭਾਈ ਉਹਨੇ ਕਾਬਰੀਨ ਦਾ ਨਾਂ ਹੀ ਨਹੀਂ ਜ਼ਿਕਰ ਹੀ ਨਹੀਂ ਕੀਤਾ ਸੀਸੀਟੀਵੀ ਨੇ। ਪੱਪੂ ਮਲਕ ਜਦੋਂ ਉਹਨੇ ਕਿਹਾ ਗੱਲ ਕਿਸੇ ਹੋਰ ਪਾਸੇ ਜਾ ਰਹੀ ਹੈ, ਫਿਰ ਇਹਦਾ मतलब यार मोहम्मद अहमद साहब सीसीटीवी का दिमाग खराब हो चुका है। ये बंदा ब्रॉड खराब करने आ जाता है, इसका सिर्फ एक ही मकसद है, ब्रॉड खराब करनी होती बस इसने। मेरी बात सुनो, ब्रॉड खराब होती मैं थले चल जाना। चले जाओ यार, ताड़ी मैं चला जाना थले, ब्रॉड खराब मेहरबानी। नहीं मैं दोनों में चुप करो, मेरी बात सुनो। सीसीडी यार ये किहड़ी गल होई? मैं अपनी ब्रॉड बंद की, मैनू कोई शौक सी मैं अपनी ब्रॉड बंद करदा? मेरी तो सुन लो, मेरी बात सुनो। जो दिल में आ रहा है ना, जो लगता है ज़रूरी है बताने वाला है, पूरा हक है, सारी बात मुकम्मल करो। उसके बाद अली भाई आप बात कर लेना। एक मुखालिफ की वजह से आपस में आप दोनों में कोई बात नहीं आनी चाहिए। जो दिल कर रहा है वो एक दूसरे को कह लो, बता मैं वही बता रहा हूँ, यहाँ बड़े स्मूथ तरीके से चल रहा था काम, मैं सारा देख रहा था। सीसीडी का मौका था ये आ जाते आके इधर आके तू इंज न कर, तू इंज न कर। जब तक बंदा मसीह अलैहिस्सलाम को कुछ नहीं बोलेगा, कुछ जमात के बारे में नहीं बोलेगा, हम उसे नहीं कर सकते। अच्छा कुछ नहीं हुआ, ठीक है। उन दोनों ये ना उसे गाली भी दे, उसको गाली भी दे दी है, ठीक है। यार खत्म हो गई तो मैं कर लवां, खत्म हो गई तो मैं कर लवां। दिखा दिया और आके इधर बन जाते हैं मौलवी आके ये लोग।
अच्छा मेरी बात सुनो, अब आप म्यूट करो प्लीज और सीसीडी को बात करने दो। ਯਾਰ ਜਦੋਂ ਉਹਨੇ ਪਹਿਲਾਂ ਤੂੰ ਤਣਾ ਕਰੀ ਜਾ ਰਿਹਾ ਮੈਂ ਖਾਮੋਸ਼ ਹੋ ਕੇ ਬੈਠਾ ਰਿਹਾ, ਮਾਈਕ ਲਾਇਆ ਫਿਰ ਵੀ ਖਾਮੋਸ਼ ਹੋ ਕੇ ਬੈਠਾ ਰਿਹਾ। ਜਦੋਂ ਉਹਨੇ 2-3 ਵਾਰੀ ਕਿਹਾ ਨਾ ਕਿ ਗੱਲ ਕਿਸੇ ਹੋਰ ਪਾਸੇ ਜਾ ਰਹੀ, ਕਿੱਥੇ ਜਾ ਰਹੀ ਸੀ ਗੱਲ? ਉਹ ਕਾਬਰੀ ਨਾਲ ਲੈ ਕੇ ਜਾ ਰਿਹਾ ਸੀ ਨਾ, ਉਹਦਾ ਮਕਸਦ ਇਹ ਸੀ ਨਾ। अच्छा सही ਉਹ है। ਜੇ ਐਡਾ ਹੀ ਵੱਡਾ ਬਦਮਾਸ਼, ਉਹਨੇ ਸਮਝਿਆ ਕਿ ਮਲਕ ਤਲਤ ਦੀ ਬਰੋਡ ਆ, ਜੋ ਮਰਜ਼ੀ ਕਰਾਂਗੇ, ਮਲਕ ਤਲਤ ਨੇ ਦੂਸਰਿਆਂ ਨੂੰ ਸੁੱਟ ਦੇਣਾ, ਸਾਨੂੰ ਸੁੱਟਣਾ ਨਹੀਂ ਹੈ। ਇੱਥੇ ਆ ਕੇ ਮੈਂ ਤਾਂ ਮੂੰਹ 'ਚ ਛਿੱਤਰ ਦੇ ਕੇ ਪਿੱਛੋਂ ਛਿੱਤਰ ਨਾਲ ਫਿਰ ਤਾਂ ਗੱਲ ਕਰੀ। किसी की भाई अगर मैंने इजाजत दो मैं एक दो गल्ला करना चाहना, दो मेरी छोटी गल्ला दो बदमाश है पहले मोहम्मद भाई एक बार यार भाई ना करो ना, अली भाई ਰਸ਼ਤੀ ना ਮਾਂ ਦਾ करो ਬੱਚਾ ਥੱਲੇ ਬੈ ਚੱਲ ਕੇ यार ਵੱਡੇ आए बदमाश है। ना दो। अच्छा मोहम्मद भाई एक दो काम बातें करें, इस हैं। बंदे को ना सीसीडी को मोड़ से हटा दें, इस बंदे का दिमाग खराब हो ਯਾਰ चुका ਅਲੀ ਅਕਬਰ ਸਾਹਿਬ ਤੁਸੀਂ ਨਹੀਂ ਕਰਦੇ ਰਹੇ ਇਸ ਤਰ੍ਹਾਂ ਬਰੋਡ ਤੇ। ਮੈਂ ਤਾਂ ਇੱਕ ਵਾਰੀ ਨਹੀਂ ਕਿਹਾ ਮੁਹੰਮਦ ਅਹਿਮਦ ਨੂੰ, है। इस बंदे का दिमाग उलट ਤੁਸੀਂ चुका ਹਰ है। ਬੰਦੇ ਨੂੰ ਅਹਿਮਦੀ ਨੂੰ ਗਾਲ ਕੱਢੀ, ਮੈਂ ਇੱਕ ਵਾਰੀ ਨਹੀਂ ਕਿਹਾ, गाली दे रहे तो बैठ के ਮੈਂ ਇੱਕ ਵਾਰੀ ਨਹੀਂ ਕਿਹਾ। दोनों खामोश अच्छा मैं ना ਤੁਹਾਨੂੰ एक ਉਹਦੀ ਬੜੀ ਤਕਲੀਫ ਹੋਣ ਡਈ, ਜ਼ਿਆ ਰਸੂਲ ਦੀ ਬੜੀ ਤਕਲੀਫ ਹੋਣ ਡਈ, ਅਮਰ ਨਜ਼ੀਰ ਦੀ ਬੜੀ ਤਕਲੀਫ ਹੋਣ ਡਈ ਤੁਹਾਨੂੰ। मोहम्मद भाई दो बातें हुई हैं, सुने दो बातें हुई हैं। एक तो उसने डायरेक्ट राणों की जात के ऊपर उसने हमला किया है, दूसरा उसने डायरेक्ट जो है, जब उसने अली अकबर ने कहा यार मैं भी राणा वा, ਇਹਦਾ ਮਤਲਬ ਅਗਰ ਅਲੀ ਅਕਬਰ ਨੂੰ ਉਹ ਗੱਲ ਲੱਗੀ ਸੀ ਤਾਂ ਉਹਨੇ ਕਿਹਾ ਯਾਰ ਮੈਂ ਵੀ ਰਾਣਾ। ਇਹਦਾ ਨੰਬਰ 2 ਉਹਨੇ ਜਿਹੜੀ ਗੱਲ ਕੀਤੀ ਸੀ ਨਾ, ਉਹਨੇ ਦੂਜੀ ਗੱਲ ਉਹ ਕੀਤੀ ਸੀਗੀ ਜਿਹੜੀ ਤੁਹਾਨੂੰ ਕਿਸੇ ਨੂੰ ਸਮਝ ਨਹੀਂ ਆਈ। ਉਹਨੇ ਕਿਹਾ ਵੇ ਕਿ ਤੁਸੀਂ ਐਡੇ ਨਾਜ਼ੁਕ ਹੋ, ਇਹ ਜਮਾਤ ਦੇ ਉੱਤੇ ਹੀ ਉਹਨੇ ਗੱਲ ਕੀਤੀ ਸੀ, ਤੁਸੀਂ ਐਡੇ ਨਾਜ਼ੁਕ ਹੋ। ओए होए 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 होए। ਹਾਂ ਅਲੀ ਅਕਬਰ ਜਦੋਂ ਰਾਣਾ ਨੇ ਕਿਹਾ ਸੀ ਉਦੋਂ ਤੇਰੀ ਬੜੀ ਚੀਕਾਂ ਨਿਕਲ ਆਈਆਂ ਸਨ ਕਿ ਮੈਨੂੰ ਵੀ ਵਿੱਚ ਪਾਉਣਤਾ ਹੀ ਉਹ ਚੀਕਾਂ ਨਹੀਂ ਦੇ ਸਕਦੇ। ਉਹਨੇ ਕਿਹੜੀ ਗੱਲ ਕੀਤੀ ਜੀ ਰਾਣੇ ਦੱਸੋ? ਦੇ ਜੋ ਚੀਕਿਆ ਸੀ ਤੂੰ ਮੈਨੂੰ ਦੱਸ ਰਾਣਿਆਂ ਤੇ ਕਿਹੜੀ ਗੱਲ ਕੀਤੀ ਦੱਸੋ? ਕੀ ਕੀਤੀ ਸੀ ਉਹਨੇ, ਕੀ ਕਿਹਾ ਸੀਗਾ ਕਿ ਰਾਣੇ ਤੁਸੀਂ ਰਾਣੇ ਨੂੰ ਲੱਟ ਲਾਈ ਹੈ? यार मेरी सुनो, मैं कुछ कहना चाह रहा हूँ सब। गलत गल यार ना करे कोई। यार मैं ड्रॉप कर दूं, मैं ड्रॉप कर दूं ब्रॉड, मेरी नहीं सुननी ਓਏ किसी ने। ਓਏ ਓਏ ਫੁੱਦੂ ਅਹਿਮਦੀਓ ਦੱਸੋ, ਉਹ ਫੁੱਦੂ ਅਹਿਮਦੀਓ ਦੱਸੋ ਰਾਣੇ ਦੀ यार ਕਿਹੜੀ ਗੱਲ? अली अकबर भाई यार क्या चल रहा है यार, आपके दिमागों को हो गया जाता है गुस्से में यार। प्लीज मेरी बात सुनो। ਉਹਨੇ ਕਿਹਾ ਸੀ ਉਹਨੇ ਕਿ ਰਾਣਿਆਂ ਨੂੰ ਲੀਕ ਲਾ ਦਿੱਤੀ ਹੈ, ਕਿਹਾ ਸੀ ਉਹਨੇ ਨਾ ਕਰੋ। यार मेरी बात सुनो, ये इंसान जब भी आप लोगों के सामने आएगा हमेशा से ऐसे ही होगा, कभी भी आप दोनों एक दूसरे को इज्जत से नहीं बुला सकते। मैं बात करने लगा, ये जो किताब मिली है ना मुसलमानों के, इसके अंदर बड़े बेहतरीन नतीजे कोई पुराने लोगों के देख के इसके अंदर बयान हो चुके हैं और वाज़े है यहूद और नसारा का अंदर इख्तलाफ है, क़यामत तक रहने वाला है। एग्जैक्टली सेम वे में अहमदी गैर अहमदी क़यामत तक इख्तलाफ रहने वाला है, कभी ठीक नहीं हो सकता। अगर आमने सामने आ गए हैं तो बर्दाश्त करके इसको आगे चला लो, और जब पता है ये नहीं हो सकता उसको ऊपर ही ना लो। मुझे नहीं पता उसको किसने लिया है, क्या आखिर आ गई थी कि उसको यहाँ पे लेके बात करनी है, और इन बातों का हल कभी हुआ है आज तक? किसी भी मुद्दे का कोई मसला निकला है? हर कोई अपनी बराड़ पे बैठ के अब जाके चीखना शुरू कर देगा, नारे मारना शुरू कर देगा, और देखा असी जित गए, असी वो कर देते हैं। अभी वो क्या हो रहा है कि वो आपस में लड़ते हैं। कर क्या रहे हो आप लोग? पप्पू मलिक कर क्या रहे साहब हैं? बड़ी देर से बैठे मौजूद चेंज करते हैं। पप्पू मलिक साहब आए, उनकी बात कर रहे हैं जी। अरे मलिक ये तो साहब हो गया, इसमें क्या होगा? ये तो एक दूसरे को तान तान कर रहे थे, वो कैसे रिवर्स होएगा? आप पप्पू मलिक से बात कर ले जरा जी। मलिक साहब पप्पू मलिक साहब यार की क्या बात आप करें, क्या बात करनी है आपने? नहीं भाई मैं तो बस जो है ना, मैं इखलाक से बात करनी चाहिए। और हमारे जो भाई डॉक्टर साहब हैं वो थोड़े से गर्म हो गए थे, और अकाबरीन का तो नाम सीसीडी साहब ने लिया ही नहीं। तो जब एक बंदे ने लिया ही नहीं तो बेसिकली आप अगर किसी का नाम लेते हैं तो उसको टैक्स दिला रहे होते हैं, यानी कि धमकी मीठी मीठी दे रहे होते हैं कि अगर तुमने ऐसी वैसी बात की तो मैं तुम्हारे कैबरीन पे अटैक करूंगा। तो ये हमारे भाई ने डॉक्टर साहब ने धमकी दी है मीठी मीठी, जो कि गलत है, मैं इसको कंडेम करता हूँ। बाकी बर्दाश्त होने चाहिए हम सब में। और जहाँ तक आपने ਪੱਪੂ ਮਲਿਕ ਸਾਹਿਬ ਤੁਹਾਨੂੰ ਸਮਝ ਆ ਗਈ ਆ, ਸਾਡੇ ਅਲੀ ਅਕਬਰ ਸਾਹਿਬ ਨੂੰ ਸਮਝ ਨਹੀਂ ਨਾ ਆਈ ਕਿ ਉਹਨੇ ਕੀ ਗੱਲ ਕੀਤੀ, ਤੁਹਾਨੂੰ ਸਮਝ ਆ गई है, ਉਹਨੂੰ नहीं समझ आई ना। बस करो। और नीचे मुझे भी तमगा मिल गया, मैं अपना काम कर रहा हूँ, एक स्टोर से अभी निकल के आया तो कहते हैं जी माशाल्लाह मोहम्मद अहमद भाई ने मुकम्मल सनी साहब वाला काम किया। ਇੱਕ ਤੇ ਤੁਹਾਡੀ ਬਰਾੜ ਤੇ ਤੁਹਾਡਾ ਸਟੋਰ ਸਰ ਲੈ ਕੇ ਬਹਿ ਗਏ, ਬਾਕੀ ਉਹ ਕੁਝ ਹੋ ਗਿਆ ਹੋਈ। वही ना कि ओ तमगा मैनू दे के बह गया नीचे बंदा। बहरहाल आपस में
वो उस कहते हैं कि एमडी भाई ने नहीं गाल एमडी भाई ने गाल मेरी बात सुनो, या रसूल कोई एमडी भाई ने नहीं गाल कढ़ियां एमडी भाईयां इन्हां दियां ते मेरियां मावां दी चौक के ले गया ਉਹਨਾਂ ਨੂੰ ਵਾਪਸੀ ਗਾਲਾਂ ਕੱਢੀਆਂ ਤੇ ਇਹਨਾਂ ਤਕਲੀਫ ਹੋਈ ਜੀ ਇਹ ਵੇਖਿਆ ਸੱਚ ਸਾਹਮਣੇ ਐਮਡੀ ਭਾਈਆਂ ਨੂੰ ਗਾਲਾਂ ਕੱਢੀਆਂ अली भाई प्लीज सारी ਮੈਂ बात को ਐਮਡੀ छोड़ ਭਾਈਆਂ दो ਨੂੰ ਉੱਥੇ ਛੱਡ ਕੇ ਆਵਾਂਗਾ ਜਿੱਥੋਂ ਨਿਕਲੇ ਨੇ अली भाई जो ज़िया रसूल है ना वो कोई इतना इम्पोर्टेंट या उसकी कोई अहमदी वैल्यू नहीं है भाइयां कि आप दोनों आपस में लड़ पड़ोगे। उसकी मुनाफिक कोई वैल्यू नहीं इंतहा है। चेक करो यार एमडी भाइयां ने यार आपको मेरी आवाज आ रही है अली भाई, तानू भी गुस्से से ना बंद हो जाता है बिल्कुल कुछ अब सुनाई आइए नहीं अब आइए अब आइए अब आइए अब आइए मैं कह रहा हूँ कि उसकी कोई इतनी वैल्यू नहीं थी या उसका कोई अहमियत नहीं है कि उसकी वजह से आप लोग आपस में लड़ो। जी अस्सलाम वालेकुम। वो एक बुत परस्त अपने पीर की पूजा में उसको डिफेंड करने के लिए लगा है ना, आप लोग उसकी वजह से ना लड़ो, मैं ये कह रहा हूँ। सिर्फ इस पे गौर करो, इसको सॉर्ट करो। वालेकुम सलाम पाकिस्तान भाई। मोहम्मद अहमद भाई, मैंने तो जब ये काम शुरू हुआ था मैंने उसी वक्त दरख्वास्त की थी कि ये काम नहीं होना चाहिए था। मैंने उतार दिया आपकी बात सुनते ही, मगर दोबारा से ले लिया अपने। जज़ाकल्लाह सर, मैंने उसी वक्त, क्योंकि बाज़ बंदे इतने आजमाए हुए हैं, यहाँ तो कोई ऐसी शख्सियत होती कि किसी से बात करने से कोई तो अली अकबर भाई ने उसी वक्त ही बहरहाल ये सारा कुछ कर दिया, लेकिन अभी भी मैं क्या कह सकता हूँ उनको। ये भाई ने कोई बात गलत नहीं की थी भाई अली अकबर भाई, अली अकबर बात तो सुन लो यार, बात तो सुन लो। देखो अभी आपने बैठे बैठे 3-4 ऐसे लफ्ज इस्तेमाल किए हैं सब अहमदियों के लिए मजमूई तौर पे, ये अच्छी बात नहीं है। मैं आपसे, मुझे लगता है कितनी दफ़ा आपको बार बार कह चुका हूँ कि देखें ये इस तरह पर्सनैलिटीज़ पे ये इसलिए ऐसे हो रहा है। आप बार बार, अभी आपने फिर, मैं उस लफ्ज़ को दोहराना नहीं चाहता, अभी वो सब के लिए आपने लफ्ज़ इस्तेमाल किया, मैं सबको वहाँ कर दूंगा जहाँ से निकले हैं, ये है वो है, ये मुझे समझ नहीं आती इस किस्म की बातों से अचीव क्या होना है। बाकी आपकी मर्जी है, अगर आप ये इस तरह करना चाहते हो तो करते रहो, वैसे इन चीज़ों से हासिल कुछ नहीं होना। एंड ऑफ द डे खुदा ना खास्ता थोड़ी बहुत नफरत और बढ़ेगी, बजाय इसके कि हम अपने आप को दुरुस्त करें और बेहतर चीज़ों की तरफ जाएं। बेहतर होने से भी कुछ हासिल नहीं होना, फिर भी पैसे ही कमा के रोटी खाने पड़नी है। बेचारे इलामा साहब को किसी ने म्यूट कर दिया। मैं कितना म्यूट यार अली अकबर भाई ਉਹਦੀ ਇੰਨੀ ਔਕਾਤ ਹੀ ਨਹੀਂ ਹੈ ਕਿ ਸਾਡੀ ਬਰੋਡਾਂ ਦੇ ਥੱਲੇ ਆਵੇ। ਮਿਊਟ ਤੇ ਦੂਰ ਦੀ ਗੱਲ ਹੈ, ਮੈਂ ਤਾਂ ਬਲਾਕ ਕਰਦਾ ਹੁੰਦਾ ਐਸੇ ਬੰਦੇ ਨੂੰ। ਉਹਦੀ ਤਾਂ ਔਕਾਤ ਹੀ नहीं है, दुनिया का गंदा गलीज इंसान है। अहमद भाई, आपका हैंड फ्री जो है वो कोई गड़बड़ कर रहा है, आवाजें गूंज रही हैं। इसको ठीक कर लेते हैं भी। और ना सिया नाल आजाद भाई चले गए हैं। कोई ना उन्होंने साथ था उसमें तो नहीं वो कोई काम आ गया होगा। अस्सलाम वालेकुम रियल टॉक भाई। वालेकुम अस्सलाम, क्या हाल है भाई? भाई अल्लाह का शुक्र है, अल्हम्दुलिल्लाह मैं बिल्कुल ठीक ठाक। देख रहे थे आप सर्कस रियल टॉक के संकल में पूरे आते हैं यार। सिग्नल तो ठीक है, आप पूरे हो गए। सर्कस देख रहे थे आप फिर? हाँ मैं देख रहा था, सारा देखा है। बस सारे दोस्त जो है अपना अपना पॉइंट पे यार, ये दादा साहब जो बैठे हुए हैं, मैं बाकी भाइयों की सीसीडी भाई की भी नजर इन पे डलवाना चाहता हूँ। ये इनकी फेक आइडिया है, यही थे जो सुबह ह्यूमैनिटी के साथ मसीह मौद अलैहिस्सलाम की तस्वीर के ऊपर खाना लगा के बैठे हुए थे। यही है यही है हज़रत मसीह इस्लाम की तस्वीर के ऊपर यही है मसीह मौद की तस्वीर के ऊपर उन्होंने पखाना लगा के तो रखा हुआ था। और ये कॉमन अहमद भाई साथ बैठे हुए हैं, कॉमन अहमद भाई को पता नहीं लग रहा, ये अल्ताफ भाई भी खामोश करके बैठे हुए हैं। ये सिर्फ आमिर भाई क्या कर रहे हो यार? करते हैं इनको आमन वीर फोबिया हुआ है सबको ना। नहीं पर ये जो मैं बात सुन रहा हूं, भाई हजूर की तस्वीर के ऊपर पखाना लगा के ये बंदा सुबह 3:30 बजे की गल वा, 3:30 बजे दी मैं रिकॉर्डिंग की हुई है।
इन सारों को रियल भाई आमन नजीर फोबिया है और ਅਮਰ ਨਜ਼ੀਰ ਸਾਡੀ ਜੁੱਤੀ ਦੇ ਥੱਲੇ ਇਹ ਗੰਦਾ ਜਿਹੜਾ ਗੰਦੀ ਜੁੱਤੀ ਦਾ ਤਲਾ ਨਹੀਂ ਹੁੰਦਾ ਉਹਦੇ ਥੱਲੇ ਅਮਰ ਨਜ਼ੀਰ ਕਿੱਥੇ ਫਿਰਨ ਡੇ ਜੇ ਤੁਸੀਂ ਮੈਂ ਉਸ ਗੰਦੇ ਬੰਦੇ ਦਾ ਨਾਂ ਸੁਣਨਾ ਪਸੰਦ ਨਹੀਂ ਕਰਦਾ ਸੀਸੀਟੀ ਬਾਈ ਜਿਹੜੀ ਗੱਲ ਹੋ ਰਹੀ ਹੈ ਹੁਣ ਉਹ ਕਰੋ ਜਿਹੜੀ ਉਹਨਾਂ ਨੇ ਕੀਤੀ ਨਹੀਂ ਨਾ ਉਹਨੇ ਗੱਲ ਕੀਤੀ ਨਾ ਉਹ ਅਮਰ ਨਜ਼ੀਰ ਹੈ ਮੇਰੀ ਜੁੱਤੀ ਦੇ ਤਲੇ ਵਰਗਾ ਵੀ ਨਹੀਂ ਹੈ ਇੰਨਾ ਗੰਦਾ ਤਰੀਨ ਇਨਸਾਨ ਆ ਮੈਂ ਉਹਦਾ ਨਾਂ ਲੈਣਾ ਪਸੰਦ ਨਹੀਂ ਕਰਦਾ ਦੁਨੀਆ 'ਚ ਅਗਰ ਮੈਨੂੰ ਕਿਸੇ ਇਨਸਾਨ ਨਾਲ ਨਫ਼ਰਤ ਹੈ ਨਾ ਦੁਨੀਆ 'ਚ ਕਿਸੇ ਇਨਸਾਨ ਨਾਲ ਮੈਨੂੰ ਨਫ਼ਰਤ ਆ ਤੇ ਇਸ ਗੰਦੇ ਗਲੀਜ਼ ਤਰੀਨ ਇਨਸਾਨ ਦੇ ਨਾਲ ਮੈਨੂੰ ਨਫ਼ਰਤ ਆ ਦੁਨੀਆ ਦੇ ਵਿੱਚ ओए होए होए सीसीटी भाई मैं तो कहूंगा लव फॉर ऑल हेटेड फॉर नन। सीसीटी भाई मैं तो वो बाकी सारी दुनिया वास्ते हो सकता है मेरे वास्ते नहीं हो सकता के साथ बिल्कुल ऐसी ही नफरत रखता है ओए होए होए लव फॉर ऑल सारी दुनिया ਲਈ ਹੋ ਸਕਦਾ ਵਾ ਪਿਆਰ ਇਹਦੇ ਵਾਸਤੇ ਨਹੀਂ ਹੋ ਸਕਦਾ ਇਸ ਗੰਦੇ ਬੰਦੇ ਵਾਸਤੇ अच्छा वन बाय वन बात करें रियल टॉक पे बात करना चाह रहे हैं उसके बाद कोई और बात कर ले प्लीज मैं तो रियल टॉक पे ज्यादा बातें तो आपको पता है मुझे आती नहीं है ज्यादा बातें तो मुझे आती नहीं है एक बार जुमला ही मैं बोलूंगा सीसीटी भाई का मौकफ ये है कि लव फॉर ऑल हेटेड फॉर नन के अंदर एक एक्सेप्शन बाकी है इसके आगे जुमला है एक्सेप्ट आमिर नजीर तो मैं ये समझता हूँ कि लव फॉर ऑल हेटेड फॉर नन के आगे फुल स्टॉप है अब मौका दे भाई को सीसीटी भाई को ਮੈਂ ਨਾ ਉਸ ਬੰਦੇ ਦਾ ਨਾਂ ਲੈਣਾ ਪਸੰਦ ਨਹੀਂ ਕਰਦਾ ਤੁਸੀਂ ਫਿਰ ਮੇਰੇ मैं ले के बैग ही भाईजान मैं ਮੇਰਾ ਅਲੀ ਅਕਬਰ ਸਾਹਿਬ ਫਿਰ ਮੈਂ ਜੇ ਕੋਈ ਗੱਲ ਕੀਤੀ ਨਾ ਫਿਰ ਹੋਣੀ ਹੈ ਬੜੀ ਮੈਂ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਨਾ ਮੈਂ ਕਹਿੰਦਾ ਫਿਰ ਇਹ ਮੈਂ ਸਾਰਿਆਂ ਦੇ ਵਿੱਚ ਆ ਵਾ ਇੱਕ ਇਕੱਲੇ ਦੀ ਨਹੀਂ ਸਾਰਿਆਂ 'ਚ ਹੈ ਨੇ सीसीटी साहब कर दियो मैं तुसी ਮੈਂ ਨਹੀਂ ਕਰਦਾ ਨਾ ਇਸ ਤਰ੍ਹਾਂ ਮੈਂ ਨਹੀਂ ਕਰਦਾ ਨਾ ਮੈਂ ਇੱਕ ਗੰਦੇ ਬੰਦੇ ਵਾਸਤੇ ਮੈਂ ਆਪਣੇ ਭਰਾਵਾਂ ਦੇ ਨਾਲ ਬਦਜ਼ਬਾਨੀ ਔਰ बोलना इस तरह नहीं चाहता कि खिलाफ तो गिरी एक गल होवे एक गंदे बंदे वास्ते आ तेरे जिन कड्डन साहिब हाफिज साहब जाने दे हाफिज साहब जाने दे सीसीटी भाई ये थोड़ा नामुनासिब हो रहा है जैसे वो दादा था उसे मोहम्मद अहमद भाई मैंने डरा किया और उसे नहीं आपकी बात लेना ना भाई तानू की हो गया यार अंदर का गन तो बाहर आने देना ये वो साहब हैं हाफिज साहब छोटी सी बात बोल लेने दें मोहम्मद अहमद भाई छोटी सी बात बोल लेने दें खोलना मैं कसम से अब्रॉड गिरा दूंगा अच्छा मोहम्मद अहमद भाई सुन लेना वो बंदा ऐसा बंदा है तो वो फिर इधर आके बैठता क्यों है सीधी बात है और सीसीडी भाई इस चीज से सहत इतलाफ है आपसे कि दादा जो है उसे नहीं मोहम्मद अहमद भाई आके बात लेना नहीं मेरी जो दादा नहीं सीसीडी भाई सुन ले नहीं सीसीडी भाई जो दादा है सही है वो इस तरह बैठा हो ह्यूमैनिटी बैठा हो तो फिर आप किसी दूसरे बंदे तो इनसे बुरा नहीं बोल सकते माजरत के साथ फिर थोड़ा जो इंसाफ है ना इंसाफ तो फिर हाथ में रखें अगर उस बंदे ने ऐसे नहीं किया वो जुबान से बोलता है तो उसे जुबान से जवाब दे पर इन जैसा वो गलीज नहीं है माजरत के साथ सीसीडी भाई कौन नहीं गलीज है जिसका नाम नहीं आप सुनना चाहते ये टिकटॉक पे जितनी तस्वीरें लगवाता है वो ये बेगैरत है वो सूर का बच्चा यार मेरी बात सुनो मैंने फिर बिजी हो जाना मेरे बयान ले ले मैं बिजी होने लगा बयान ले लें ये म्यूट कर दे बयान ना लियो म्यूट लड़ाई वाली बात नहीं ये साहब अभी कह रहे हैं म्यूट कर दो चंगे रहोगे म्यूट कर दो नहीं मैं जनरल बात करनी है अली भाई जनरल बात करनी है किसी को पॉइंट आउट करके नहीं करनी बात मैं तो पॉइंट आउट कर रहा था नहीं प्लीज पॉइंट आउट नहीं करना मैं फिर जनरल कर देता हूँ यहाँ पे कुछ बंदे हैं जो कहते हैं कि आमिर नजीर साहब से हमने बात नहीं करनी अभी मेरे साथ ज्यादा देर नहीं हुई महीना ही हुआ है शायद अली भाई को भी याद होगा एक ब्रॉड लगी हुई थी वहाँ पे इलामा साहब मौजूद थे जहाँ पे मेरे से उन्होंने कहा था कि मैंने इससे बात नहीं करनी क्योंकि इसका तो हुआ इखराज और वहाँ पे हमारे एक माशाल्लाह बहुत अच्छे मुजाहिद गए थे कहते मेरे से बात करो वहाँ पे उन्होंने गालिबन वो अहमद रजा खां की खोती का वो पढ़ दिया था हवाला लेकिन वो उस वक्त भी आमिर नजीर सामने बैठा हुआ था जिससे ये बात करना चाह रहे थे कुछ साहब गए थे वहाँ पे मैंने कहा था कोई अलामा है तो लेके आओ मैंने ये कहा था ठीक है वो अलामा है गंदा तरीन अलामा जिसको कहते हैं ना अच्छा सीसीडी मेरी बात सुनो
जो टॉक भाई ने बात की है ना, वो अपनी जगह पे ठीक है कि भाई स्लोगन ये है, मोटो ये है, मगर ये भी ज़रूरी नहीं है कि हर कोई उस चीज़ को पूरा भी कर सके। हाँ, कुछ किसी इंसान के जज्बात ज़्यादा हो सकते हैं और उसको नफरत में बढ़ सकता है और किसी को नहीं बर्दाश्त करता। ये सारे इंसानों के साथ ही मामला होते हैं। आपको नहीं पसंद, बिल्कुल नहीं करना चाहिए, ये बिल्कुल ठीक है। जिसको पसंद है, जो कर सकता है, वो जाके कर ले, वो किसी न किसी जगह पर बैठा होएगा, जाके ज़रूर बात करे। जो नहीं करना चाहता उसको आप वो किसी भी किस्म की वो टॉन्ट या ये चीज़ नहीं कर सकते कि भाई साडा तो ऐसा लोगों ने तू इंज क्यों कर रहा है, इसका कोई हक नहीं किसी को। क्यों टॉक रियल टॉक भाई सही नहीं है? बिल्कुल आपने मुनासिब बात की है, दरमियानी बात आपने की है, ठीक है। ये मैं तो बड़ा साहब आ चुके हैं, मसले सारे हल हो जाएंगे। अब बड़ा साहब आ गए हैं, मसले कोई नहीं बचना, आ गए हैं, खुद ही हल करेंगे। आवाज नहीं आ रही है आपकी मौलवी साहब, करीब है। ऐसे समझाओ गल्ला कोई चंगियां नहीं आ रही, बहुत दूर से आ खराब आ रही है। जाके आओ, जाके आओ। अरे नहीं आ रही है आवाज आपकी। ਤੁਹਾਡੇ ਵਾਲ ਨੇਰੀ ਆਈ ਹੋਈ ਆ, ਤੁਹਾਡੇ ਵਾਲ ਨਾ ਹਵਾ ਦਾ ਸ਼ੋਰ ਵਾ ਬਹੁਤ ਯਾਰ ਏਸੀ ਲਾਏ ਆ, ਗਰਮੀ ਬੜੀ ਏ। ਜੀ ਜੇ ਮੈਂ ਵੀ ਲਾਇਆ, ਮੇਰੇ ਵੱਲੋਂ ਸ਼ੋਰ ਆ ਰਿਹਾ ਕਿਤੇ? ਹੁਣ ਕੁਝ ਆ ਰਹੀ ਹੈ। ਨੈਟ ਦਾ ਕੋਈ ਮਸਲਾ ਤੁਹਾਡੇ ਨਾਲ? साहब तुसी को साथ ए अल्लाह का निशान जाहिर हो रहा है। आपकी आवाज नहीं आ रही, इतनी खराब आवाज है कि मैं कुछ भी समझ नहीं। अच्छा यार, अच्छा आप भी थोड़े जा पता नहीं पता कितों डिस्कनेक्ट होना होता है। वो नहीं हो कर रहे होंगे, बिजी होंगे किसी काम पे आपकी। अच्छा, तब तक ना मौके का फायदा उठाते हैं। जी जी जी, अल्ताफ भाई मौजूद है। ओए होए होए मेरे ख्याल मौके का फायदा उठाना चाहिए। अल्ताफ भाई सफ़े अव्वल के मुबल्लिग हैं और हमारे बुजुर्गों में से हैं। कौन है ये कॉमन एमडी अच्छा कॉमन एमडी भाई। अच्छा अल्ताफ भाई के होते हुए मेरा नहीं ख्याल कि आप लोगों को कोई मजीद ऐसे फालतू बातें करनी चाहिए। अच्छा भाई आप आवाज आ रही है? मोहम्मद भाई मौलवी साहब अभी रुक जाए, अब एक और बात हो रही है, वो मुकम्मल हो जाए फिर आप करना आपकी। अच्छा मैं बड़ा साहब मैं एक गल कर लगा भाई, मैं गल कर लगा ਉਹ ਬਚਪਨ ਚ ਤਾਂ ਇੱਕ ਦਫਾ ਮੈਂ ਪਹਿਲੇ ਵੀ ਕੀਤੀ ਸੀ ਕਿ ਬਚਪਨ ਚ ਇੱਕ ਗੱਲ ਸੁਣਨ ਨੂੰ ਨਸਾਂ ਸੀ, ਸ਼ਰਾਰਤ ਵਾਲੀ ਉਂਗਲ। ਅੱਜ ਮੈਂ ਦੁਬਾਰਾ ਦੇਖੀ ਸ਼ਰਾਰਤ ਵਾਲੀ ਉਂਗਲ। अच्छा आके आज मैं हट गया। ये दो मौलवी साहब कुछ कहना चाह रहे थे, मौलवी साहब सुन लो कि सिग्नल अल्ताफ भाई देख लो फिर आप। अच्छा कामन अहमद भाई, मैं एक गल जी चल रही थी ना, वो तबसरा करना चाहना वा। ਇਹ ਜਿਹੜੀ ਗੱਲ ਕੀਤੀ ਹੈ ਨਾ ਮੁਹੰਮਦ ਅਹਿਮਦ ਸਾਹਿਬ ਨੇ, ਇਹ ਬੜੀ ਦਰੁਸਤ ਗੱਲ ਕੀਤੀ ਹੈ। ਸੀਸੀਡੀ ਭਾਈ ਬਾਕੀ ਵੀ ਸਾਰੇ ਦੋਸਤਾਂ ਨੂੰ ਇਹ ਗੱਲ ਦੇ ਨਸ਼ੀਨ ਕਰਨੀ ਚਾਹੀਦੀ ਹੈ ਕਿ ਤੁਸੀਂ ਕੋਈ ਕਿੱਥੇ ਬਹਿੰਦਾ, ਕਿੱਥੇ ਨਹੀਂ ਬਹਿੰਦਾ, ਕਿੰਨਾ ਚਿਰ ਬਹਿੰਦਾ ਹੈ, ਕਿਉਂ ਬਹਿੰਦਾ ਹੈ, ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੋ ਤੇ ਆਪਣੇ ਆਪ ਤੇ ਪਾਬੰਦੀਆਂ ਲਗਾਓ ਸਾਰੇ, ਜਿਹਨੇ ਵੀ ਲਾਣੀ ਹੈ ਆਪਣੀ ਜ਼ਾਤ ਦੀ ਹੱਦ ਤੱਕ। ਤੇ ਇਸ ਗੱਲ ਤੇ ਵੀ ਨਾ ਰੱਖੋ ਕਿ ਜਿਹਦੇ ਕੋਲ ਇੱਕ ਬੰਦਾ ਨਹੀਂ ਬਹਿੰਦਾ ਦੂਜਾ ਵੀ ਉਹਦੇ ਕੋਲ ਨਾ ਪਵੇ। ਇਹ ਸੋਸ਼ਲ ਮੀਡੀਆ ਭਾਈ, ਇਹਦੀ ਕੋਈ ਲਿਮਿਟ ਨਹੀਂ। ਇਸ ਵਜ੍ਹਾ ਤੋਂ ਆਪਣੀ ਜ਼ਾਤ ਦੀ ਹੱਦ ਤੱਕ ਜਿਹੜਾ ਨਾ ਉਹ ਰੱਖੋ। ਬਾਕੀ ਕੋਈ ਦੋਸਤ ਅਲੱਗ ਵਾਲਾ ਆਵੇ, ਉਹਨੂੰ ਤੁਸੀਂ ਰਿਕੁਐਸਟ ਕਰ ਲਓ, ਉਹ ਠੀਕ ਹੈ ਮੰਨ ਲੈਂਦਾ, ਠੀਕ ਹੈ, ਲੇਕਿਨ ਨਹੀਂ ਮੰਨਦਾ ਨਾਰਾਜ਼ ਨਾ ਹੋ ਉਹਦੇ ਨਾਲ। ਯਾਰ ਮੇਰੀ ਜ਼ਾਤ ਦੀ ਹੱਦ ਤੱਕ, ਮੇਰੀ ਮੌਲਵੀ ਸਾਹਿਬ ਮੇਰੀ ਜ਼ਾਤ ਦੀ ਹੱਦ ਤੱਕ ਅਲੀ ਅਕਬਰ ਵੀ ਜਾਣਦਾ ਹੈ, ਮੁਹੰਮਦ ਭਾਈ ਵੀ ਜਾਣਦੇ ਨੇ, ਸਾਰੇ ਮੇਰੀ ਜ਼ਾਤ ਦੀ ਹੱਦ ਤੱਕ ਮੇਰੇ ਵੱਲੋਂ ਜਿਹੜਾ ਜਿੱਥੇ ਮਰਜ਼ੀ ਹੋਵੇ, ਆਈ ਡੋਂਟ ਗਿਵ ਅ ਡੈਮ ਔਨ ਇਟ। ਹਰ ਬੰਦਾ ਅਡਲਟ ਹੈ, ਹਰ ਬੰਦਾ ਸਮਝਦਾਰ ਹੈ। ਅਗਰ ਉਹ ਸਮਝਦਾ ਹੈ ਕਿ ਉਹਦਾ ਉੱਥੇ ਬਹਿਣਾ ਉਹਦੇ ਨਾਲ ਕੋਈ ਬਹੁਤ ਫਾਇਦਾ ਹੈ ਜਾਂ ਨੁਕਸਾਨ ਹੈ, ਇਜ਼ ਹਿਜ਼ ਰਿਸਪੌਂਸਿਬਿਲਿਟੀ ਨॉट ਮਾਈਨਸ। ਮੇਰੇ ਨਾਲ ਆ ਚੁੱਕੇ ਨੇ, ਸਿੰਪਲ ਜੀ ਗੱਲ। ਮੈਂ ਆਪਣੀ ਜ਼ਾਤ ਕਲੀਅਰ ਕਰਤੀ है, बाकी ਜਿਹੜਾ जिसा कहता जबरदस्त। अच्छा, हमें तो बुजुर्गों ने एक ही बात सिखाई है। हमारे बुजुर्ग हैं बड़ाइस साहब, उन्होंने हमेशा बताया है कि सोशल मीडिया से सोशलाइज होने के लिए मैं आता हूँ और बाकियों को भी इसीलिए आना चाहिए। बड़ाइस साहब ने एक और बात भी समझाई हुई है कि कोई किसी को रोक नहीं सकता, ना रोकना चाहिए। कोई कहाँ पे जा रहा है, कहाँ पे नहीं जा रहा, और ना इसका इजहार करना चाहिए। आप बड़ाइस साहब ने एक दफा मुझे समझाया था कि सिर्फ पाबंदी अपने ऊपर लगानी चाहिए। अब देखिए, मैं अपनी मिसाल आपको, मैं पहले ऐसा नहीं होता था, मैं पहले एक मुख्तलिफ शख्सियत था और मुझे कुछ दोस्तों ने कुछ बातें समझाई और वैसे भी मेरी समझ में बात आ गई। वो मैं साथ मान दो, हाँ ये मोहसिन है मेरे, बड़ा ऐसा ने मुझे कुछ बातें समझाई थी, मुझे वो समझ आ गई। अब देखिए मैं बदला सा हूँ,
ऐसा ही है ना। तो पाबंदी आपने अपने ऊपर लगानी है, मैंने अपने ऊपर पाबंदी लगाई और मैं अब आता ही नहीं हूँ, बजाय इसके कि मैं दूसरों से नफरत करूं, जरूरत नहीं है। आला जनाब जबरदस्त, बड़ा तुमने मेरी सब- ਜਿਹੜੀ ਤਰਜਮਾਨੀ बेहतरीन की थी। हाँ, शुक्रिया, बड़ा ठीक बात की है ना मैंने ये। बिल्कुल 100% दुरुस्त बात की। अब आपको मेरे ऊपर कोई इतराज तो नहीं है ना? देखिए मैं बदल गया हूं ना, मैं अब नहीं आता, अपने पे पाबंदी लगा ली। ਜਨਾਬ ਮੇਰਾ ਤੁਹਾਡੇ ਤੇ ਇਤਰਾਜ਼ ਹੋਵੇ ਵੀ ਜਾਂ ਨਾ ਹੋਵੇ, ਉਹ ਦੋਸਤੀ ਦੇ ਹਵਾਲੇ ਨਾਲ ਹੋਣਾ, ਨਾਰਾਜ਼ਗੀ ਨਹੀਂ ਹੋਣੀ ਉਹਦੇ ਵਿੱਚ। हाँ बस ਜਿਹੜਾ ਨਾ ਕਿਸੇ ਆਪਣੇ ਦੋਸਤ इसलिए फिर मैं तो कहता हूँ कि खलीफातुल मसीह सालिस का ये था फिक्रा। खलीफातुल मसीह सालिस ने पहली दफा ये बड़ा सब दिया था, लव फॉर ऑल हेट्रेड फॉर नन। हाँ जी, ऐसा ही है। ऐसी है जैसे उन्होंने मुजद्दिद का कहा था ना कि 15वीं सदी का मुजद्दिद मैं हूँ गालिबन, उस वक्त ये दिया था लव फॉर ऑल वाला भी। तो लव फॉर ऑल का उन्होंने दिया, तो मेरा नहीं ख्याल कि इसके अंदर कोई मजीद तब्दीली करने की जरूरत है, इसके आगे फुल स्टॉप है। कौन कर रहा है तब्दीली? नहीं मैं बड़ा ऐसा कह रहा हूँ, मैं आपको आपसे बिल्कुल भी नहीं। तो मैं अगर सबसे प्यार करना चाहिए अपने अहमदी भाइयों की या गैर अहमदी भाई, ये गैर अहमदी भी हमारे नहीं है असल में, इन्होंने आखिरकार हमारे अंदर ही आना है, गलबा हमारा ही होना है। हाँ जी, इनको प्यार का ऐसा नमूना दिखाओ, ऐसा इनको गले से लगाओ कि ये अगर आपके ऊपर गालियां भी निकालने गले से लगा लो, यकीन करो। कूड़ा फेंके हाल पूछने चले जाओ। हाँ कार चल जो मगर ना क्योंकि मैं आमिर नजीर एक बदतमीज तरीन इंसान है, मुखालिफ है जमात का। मैं कहता हूँ कि इतना गंदा इंसान है आमिर नजीर, जितना गंदा समझ लो, खुद इमेजिन कर लो कितना गंदा है वो। मैं ये कहता हूँ अगर आमिर नजीर को आपने लेके आना है अपनी तरफ, तो आमिर नजीर से ऐसा ही इखलाक से पेश हो, शर्मिंदा हो जाए वो। यार ये कौन लोग हैं, ये कौन, ये वड़ैच कहाँ से है, ये क्या वाकई गुजरात से है? अबू सुफियान से भाई असली नहीं लेके आना भाई, जितना वो गंदा था ना अबू भाई सुफियान क्यों नहीं लेके आना? मेरी बात सुनो बड़ा साहब, गलबा तो 300 साल में हमारा आया खड़ा। यार ਜਿਹੜੇ ਲੈ ਕੇ ਆਉਂਦੇ ਨੇ ਮੈਂ ਉਹਨਾਂ ਨੂੰ ਮਨਾ ਨਹੀਂ ਕਰਦਾ, ਉਹਨਾਂ ਨੂੰ यार आमिर नजीर नहीं, आमिर नजीर की औलादें आएंगी। आमिर नजीर की क्या औकात है? आमिर नजीर की औलादें आएंगी भाई। ਉਹ ਭਾਈ ਗੱਲ ਤੇ ਸੁਣ ਲਓ, ਗੱਲ ਤੇ ਸੁਣ ਲਓ। ਔਲਾਦ ਨੂੰ ਲੈ ਕੇ ਆਵਾਂਗੇ, ਜਿਹੜਾ ਲਿਆਉਣਾ ਚਾਹੁੰਦਾ ਆਮਰ ਨਜ਼ੀਰ ਨੂੰ ਲਿਆਵੇ, ਮੈਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਮੈਂ ਨਹੀਂ ਲੈ ਕੇ ਆਉਣਾ ਭਾਈ। इसकी औलादें मेरे आएंगी, हाथ खड़े ने, औलादें आएंगी इसकी। तो उसकी औलादें जब भी देखेंगी कि मेरा बाप इनको जाके गालियां निकालता था बड़ैच को, लेकिन जमात वाले जो थे वो हमेशा खंदा पेशानी से पेश आते रहे, प्यार करते, कभी वापस गाली नहीं निकाली। आमिर नजीर की औलादें मजबूर हो जाएंगी। जमात वाले पहले गाल काट देते ने। अच्छा मेरी बात से इख्तलाफ है अल्ताफ भाई आपको? वैसे ਮੈਂ ਤਾਂ ਦੱਸ ਜਨਾ ਸ਼ਰਾਰਤ ਵਾਲੀ ਉਂਗਲ ਵੇਖਣੀ ਹੈ ਤੇ ਵੇਖ ਲਓ ਅੱਜ ਦੁਬਾਰਾ ਨਹੀਂ ਚਾਹੀ। खुदा का खौफ करो, मेरी बात में अगर कोई गलती है तो निकाल लो। ਜੜ ਤੱਕ ਪਹੁੰਚ ਗਿਆ ਤੇ ਗੱਲ ਕਿੱਥੇ ਯਾਰ ਕਰਨਾ ਜੜ ਤੱਕ। ਉਹ ਅਲਤਾਫ ਭਾਈ ਸਾਰੀ ਜ਼ਿੰਦਗੀ ਜਿਹੜੀ ਹੈ ਨਾ ਇੱਥੇ ਸੋਸ਼ਲ ਮੀਡੀਆ ਤੇ ਗੁਜ਼ਾਰੀ ਹੈ। अल्लाह ताला ने रियल भाई यार ये तो आप दिलों के राज जानते हो, दिलों के राज जानते हो। मुझे सिर्फ इतना बताओ कि मेरी बात में कौन सा फिक्रा गलत है? रियल भाई अल्लाह ताला ने नबी ਨੂੰ ਦਰੋਗਾ ਨਹੀਂ ਬਣਾਇਆ, ਉਹਨੇ ਮਨਾ ਕੀਤਾ ਦਰੋਗਾਗੀਰੀ ਤੋਂ। ਉਹਨੇ ਕਿਹਾ ਵੀ ਤੇਰਾ ਹਾਂਜੀ ਨਬੀ ਨੂੰ ਦਰੋਗਾ ਨਹੀਂ ਬਣਾਇਆ, ਲਬੈਕੀ ਨਹੀਂ ਬਣਾਇਆ, ਲੇਕਿਨ ਇੱਥੇ ਲੋਕੀ ਕਹਿੰਦੇ ਅਸੀਂ ਦਰੋਗੇ ਆ, ਅਸੀਂ ਲਬੈਕੀ ਆ, ਇਹਨਾਂ ਦੀ ਐਸੀ ਦੀ ਤੈਸੀ। ऐसा ही है ऐसे। अब अल्ताफ भाई जरा माइक खोल के मुझे बताएं कि मेरा फिक्रा कौन सा गलत था, उसमें लफ्ज कौन सा गलत था? मैं माफी मांगता हूँ। ਜਿਹੜਾ ਤੂੰ ਕਿਹਾ ਨਾ, ਜਿਹੜਾ ਜਿੱਥੇ ਤੂੰ ਕਿਹਾ ਸੀ ਨਾ, ਮੇਰੇ ਨਾਲ ਬੱਚਾ ਬੈਠਾ, ਮੈਂ ਟੀਵੀ ਵੀ ਲਾਤਾ ਹੁਣ। ਅੱਛਾ ਮੈਂ ਕਿਹਾ ਕਿ ਜਿਹੜਾ ਤੂੰ ਲਫ਼ਜ਼ ਕਿਹਾ ਸੀ ਨਾ ਕਿ ਉਹ ਆਮਦੀਨ ਕਹਿਣੀਆਂ ਕਿ ਉਹ ਗਾਲਾਂ ਕੱਢਦਾ ਸੀ ਤਾਂ ਕੋਈ ਜਮਾਤ ਵਾਲੀ ਸੀ ਗਾਲਾਂ ਕੱਢਦਾ, ਮੇਰਾ ਤੇਰਾ ਇਸ਼ਾਰਾ ਮੈਂ ਤੋੜ ਤੱਕ पहुंचने तो गल की करनी है। नहीं मैंने ये नहीं कहा, सारे पहुंच गए सर। मैंने ये कहा आमिर नजीर एक गंदा तरीन इंसान है, मैं मानता हूँ, और मैं ये कहता हूँ कि आमिर नजीर एक बदतरीन काफिर है, मैंने ये कहा है। और काफिर है, वो काफिर है, और मैं कह रहा हूँ गलीज तरीन काफिर है वो जब गाली निकाले उसका जवाब आप उसको ऐसा इखलाक दिखाओ कि वो शर्मिंदा हो जाए। उसकी जो नस्लें हैं ना, नस्लें आमिर नजीर की वो ये नमूना देखें, वो कहे यार अल्ताफ क्या बंदा है, कौन है ये? तो लोग बताएं ये अल्ताफ अहमदी है, वो पूछें यार ये अहमदी कौन है? रियल इस्लाम भाई सुने जरा, एक आधा मिनट और दे दें, आपको अच्छा खासा पता, आप देखते रहते हैं। जितना टफ टाइम मैंने दिया ना आमिर नजीर को देता हूँ, उसने बंदे ने मेरे से बात करना छोड़ दिया, मैंने गाली उसे कभी नहीं दी।
अब वो बंदा बात करना छोड़ गया मुझसे, ये लोग कहते नहीं गाली देनी हमने गाली देनी उसे। उसकी ब्रॉड पे जा जाके मैंने बुखारियां खोली उसके सामने बैठ के, टाक मास्टर साहब की मौजूदगी में। उसकी ब्रॉड पे जा जाकर उसने 1000 यूरो का इनाम रखा होता था, वो खुद मुंह से माना कि तुम जीत के जा रहे हो। ये 2 साल पहले की बात है। आगे नहीं जाना, मैं आगे जाता हूँ। मैं तो बस इतनी सी बात ही है, और मेरी बात में अगर किसी को कोई खराबी नजर आती है तो मैं उसकी माजरत भी करता हूँ, और अल्ताफ साहब से मैं दोबारा पूछता हूँ कि अगर फिक्रा गलत है तो वो बताएं, बाकी दिलों के हाल ना जाने। अच्छा अल्ताफ भाई, आप एक बात अलीम एक मिनट यार, मैं जरा बिजी हूं, तू प्लीज गल करना, मैं बात कर रहा हूं। कोई बात नहीं। अच्छा मैं वैसे आपकी निस्बत है कि एक वाकया सुनाने लग। हज़रत साहब के एक शेर का एक मिसरा याद आ गया, नहीं रहा उसकी आली बारगाह में खुद पसंदों को, पता नहीं क्यों याद आया मुझे, पर आ गया। कमाल है। आपको ना मैं एक वाकया सुनाता हूँ। हमारे अल्ताफ बड़े प्यारे दोस्त है मेरे, बड़ा प्यार है मुझे इनसे। अपना अवैस भाई वाकई में बड़ा खूबसूरत इंसान है ये अल्ताफ भाई है ना, कॉमन अहमद भाई। तो एक दफा क्या हुआ कि एक ना वीडियो लगाई मैंने, उसके ऊपर ना मैंने हजरत खलीफतुल मसीह राबे रहमुल्लाह की जुराबें मैंने लगाई, जो कि तबरक के तौर पर लगी हुई हैं, और वो जियारत के लिए। अली अकबर भाई आप सुन रहे हैं? मौजूद है अली अकबर साहब? ऐसे भी आपको आवाज आ रही है? ये आवाज आ रही है, आपकी बात करें। हाँ, तो मैंने ना एक वीडियो लगाई जिसमें खलीफतुल मसीह राबे रहमुल्लाह की जुराबे मुबारक थी। मैंने भी देखी है वो ना। हाँ, उनकी जुराबे मुबारक थी वो, और वो मैंने लगाई कि ये ज़ियारत लोग कर लें, और अम्मा जान का वो पानदान थूकदान भी था, और ये सारी चीजें मैंने लगाई, और वो तबरक के तौर पर लोग ज़ियारत करें और लोग माशाल्लाह लिखें। तो अल्ताफ भाई ने जब वो देखी है अवैस भाई, तो इन्होंने इतराज किया मेरे पे। इन्होंने आगे से पता क्या लिखा, इन्होंने कहा अहमदी ऐसी हरकतें नहीं करते, अहमदी इस तरह की बिदात नहीं करते। यार मैं सर पकड़े बैठ गया, मैं कहा यार क्या कह रहे हो भाई, ये तो नुमाइश में पेश की गई है भाई, मैंने नुमाइश से ली है ये। और फिर मैंने वो नुमाइश की तस्वीर नीचे लगाई, मैं कहा अल्ताफ भाई अपने फौजी मारे जा रहे हो, मतलब कि वो इतनी मेहनत की गई जमात की तरफ से, जुराबें पेश की गई खलीफतुल मसीह राबे की, और वो बाकी जो घर का सामान था, पतीली थी वो। तो अल्ताफ भाई को पता नहीं क्या समझ आई कि शायद ये बरेलवियों की चीजें हैं। फिर मैंने बताया कि भाई ये हमारी हैं, और खलीफतुल मसीह राबे की जुराबें जो हैं ये ज़ियारत के लिए पेश की जा रही हैं। फिर उन्होंने वापस जवाब नहीं दिया। मसला ये है कि ये बड़े मुखलस नुमाइशें वगैरह लगती हैं। हाँ, तो वो सीसीडी भाई आपने देखी, आपको कोई इतराज हुआ था उसमें जुराबें देख के? जी इतराज तो मुझे भी हुआ था, मैंने कमेंट किया है, मुझे भूल गया क्या किया है वहाँ। नहीं सीसीडी भाई इतराज नहीं करना उसमें। रियल टॉक भाई वो अगर ये ऐसी बात जो जिस तरह जितनी बात मैंने आपकी सुनी है, ये वाकई दुरुस्त बात है कि इस तरह की चीज़ें नहीं होती जमात में, कि ज़ियारत शारत के लफ्ज़ जो हैं वो इस तरह मैं तो पैदाइशी अहमदी, मैंने तो सारी ज़िंदगी नहीं सुना। हाँ, वो तबरक का लफ्ज़ यूज़ होता है हमारे यहाँ, लेकिन ये ज़ियारत वगैरह के जो अल्फाज हैं ये मैंने ठीक है कर लेते हैं इसमें जी इसमें थोड़ा सा इसमें गलत मैसेज जा सकता है दूसरे लोगों को। ठीक कर लेते हैं। मैसेज बोल के तो नहीं दिया गया, मैसेज तो बोल के क्यों देना है, मैसेज तो दिखा के होता है ना, ज़ियारत देखने को कहते हैं। हमारी नुमाइश लगी जहाँ से मुझे आम अहमदी भाई को देख के मुझे याद आ गया, इंग्लैंड में एक नुमाइश लगी हुई है अभी भी, खलीफतुल मसीह राबे रहमुल्लाह की जुराबे मुबारक जो है, उनकी जो जुराबे मुबारक है वो लगी हुई है दीवार के साथ, ठीक है। तो उनको देखने को आप ज़ियारत करना कहेंगे या सिर्फ देखना कहेंगे? मेरे ख्याल में ज़ियारत एक मुनासिब लफ्ज है, क्या कहते हैं? वो पाकिस्तान भाई कह रहे हैं ज़ियारत रहने दें, तबरक कह दिया करें, तबरक क्या लिए करें, ये कहना चाह रहे हैं पाकिस्तान भाई? देखें मेरी बात सुने, इस तरह की चीज़ों से ऑल आई नो कि मेरे लिए कुछ और लोगों के लिए शायद ये चीज़ें उस तरह हम उनको उस तरह नहीं लेते। जब हम फ़र्ज़ कर लें अगर आप ज़ियारत भी, ठीक है वो ज़ियारत का लफ्ज़ देखने को ही कहते हैं, लेकिन मैं ये अर्ज़ कर रहा हूँ कि इस तरह की बातें कुछ इस तरह का मैसेज दे सकती हैं जो कि इम्कान है, जो कि ठीक मैसेज नहीं जाता। तो इसलिए इस तरह की नहीं समझ आई मैंने क्या कहना है कि वो उसको ज़ियारत कहना है, देखने को मेरी गलती क्या है पहले ये बतानी है आपने, फिर मेरी तस्लीम करनी है और मैं उसको ठीक कर लूंगा। गलती पता लग गई, मुझे गलती पता लग गई आपकी। हाँ, वो गलती बताइए, मैं सही कर लूंगा ना उसको। वो अगर जलसे पे या किसी जगह वैसे वहां पे नुमाइश होगी फिर ठीक है, आप उसको बताएंगे तो ये आपकी गलती है। ये ठीक है पाकिस्तान भाई?
नहीं नहीं सही करें नहीं, इसको, अहमद- सही करें, सही करें, बात सही अहमद भाई, करें। ये नहीं, ये बात नहीं है, मैं बात नहीं है, ये बात जो है वो पूरी तहकीक तलब है। मैं इसको, मैं ये तो नहीं कहता कि ये जो आप कह रहे हैं गलत कह रहे हैं, लेकिन चूंकि मेरे इल्म में ये बात इस तरह नहीं है जिस तरह आप बयान कर रहे हैं, इसको अच्छी तरह इसकी तहकीक की जाए, ये क्या बात है, कैसे है। और हम भी मैंने आपसे अर्ज किया कि आप सब लोग भी मेरे समेत सारी जिंदगी हम लोगों ने जमाती इवेंट्स अटेंड किए हैं, मुझे ये बात इस तरह समझ नहीं आ रही जिस तरह आप बयान कर रहे हैं। अच्छा, अब मुझे समझ आई है कि आपके इल्म में वो बात नहीं जिसपे आप तबसरा कर रहे हैं। नहीं, मैं तो ये गलती है कि तहकीक नहीं है अभी उस पे। अभी आपकी तहकीक नहीं है, आपके इल्म में नहीं है जिस पर आप तबसरा कर रहे हैं। मुझे ये देखिए, समझ मैं आई है। आपकी बात पे तबसरा कर रहा हूँ, साहब एक मिनट, मैं आपकी बात पे तबसरा कर रहा हूँ। अलीम, जब जलसे पे जो लगती है, क्या नाम उसका जो नुमाइश लगती है, उसमें हजूर की तस्वीर भी होती है, सब कुछ होता है, आज तक ऐलान हुआ जाके ज़ियारत करने वहाँ पे नुमाइश में? यार ये मैंने कब का ऐलान होता है? मेरा जवाब, ये मैंने कब का है? हाँ या ना में जवाब है बस। नहीं, वो क्या कहते हैं कि वहाँ पे नुमाइश है कोई ना वहाँ पे। आपने जलसे के ऊपर, आपने जलसे वाली बात पे इतराज किया था। दोबारा सुनो, मुझे ये बात बताओ, सुनो, ये किसका मुतालबा है? वहाँ पे क्या कहा जाता है? वहाँ पे क्या कहा जाता है? क्या कहा जाता है? क्या कहा जाता है? जैसे कि नुमाइश लगी, ये कोई ज़ियारत करने ना बस बात है, इतना ही रखे, इतनी सी बात रखें। अच्छा, बताइए चला कि इस सारे मामले में एक ज़ियारत लफ्ज़ पर तो अपनी तरह से आप क्यों चीजें लगाते हैं इस्लामी? मुझे समझ नहीं लगती यार। अच्छा, चलिए वापस करते हैं, अपना कॉमन अहमद भाई वापस करते हैं। मैंने अपनी तरफ से क्या बात की है वो बताओ। यार, ये बड़ा अहम